श्री गुरु गोबिंद सिंह साहब जी महाराज कांगड़ नगर विखे विराजमान हन। भाई लखमीर अते भाई शमीर नगर निवासियां संगतां समेत गुरु साहब की सेवा विच हाजिर ने। लागे बन्ने नगर निवासी संगतां ने सुनिया कि गुरु साहब जी आपदे साहिबजादे शहीद करा के ते निरखौफ निरभै कोई हरख सोग तो खुशी गमी कोई नहीं इहदे तो रहत हो के चढ़दी कला अवस्था विच कांगड़ शहर विच विराजमान हन। तां संगतां गुरु साहब के दर्शनों लई आ रही ने उमड़ के। उन्हां विच जो भाई साधु ते भाई रूपा जिन्हां गुरु हरगोबिंद साहब जी नूं 30 कोह की दूरी ते प्रेम की खिच नाल बुला के ठंडा जल छकाया सी ते महाराज ने वर दिता सी कि हुण ये काम छड्ड दिओ ते लंगर चलाओ। उन्हां दे पुत पोतरे भाई परम सिंह ते भाई धर्म सिंह जी काफ़ी संगतां समेत महाराज के दर्शन हित आ रहे ने। बड़े प्यार सत्कार नाल प्रसंग सुनो जी। उचारण करो सतनाम श्री वाहिगुरु जी। वाहिगुरु जी। परम सिंह अर धर्म सिंह भाई परम सिंह अते भाई धर्म सिंह जी बड़ भगति वाने जो बड़े भगति वाले गुरमुख हन। हित दर्शन के त्यार पे दर्शन वास्ते तैयार होके आए ने। हर प्रेम महाने मन दे विच बहुत भारी प्रेम गीता है। कतक सिख ले संग मैं कितक किन्ने गो सिख आपदे नाल लैके मुख शब्द सो गावे मुखों गुरबाणी दे शब्द गाउंदे आ रहे हन। बारी बारी पढ़त है वारी वारी शब्द पढ़ते ने। हर जोटी आवे जोटियां दे विच कीर्तन करते आ रहे हन। अग उलंघ सब इस विधि इस तरीके दे नाल सारा रस्ता उलंघ करके पहुँचे तह कै उथे आ करके पहुंचे हन। उची तुन ते गावते उची आवाज दे नाल शब्द पढ़ते आउंदे हन। अनुराग वधा कै प्रेम मधा करके चरण सरोजन को तबै महाराज दे कमल श्री के चरनां नूं तदों देखत लपटाए वेख करके लपटे हन। नीर बिलोचन ते बह जिन्हां दे नेत्रां दे विचों शम शम जल वग रिहा है। कर बहु पर आए और वैराग दे नाल उन्हां दा बहुत गला भर आया। हित पहरन सतगुरु के सतगुरां दे पैरन वास्ते कोशिश शुभ आनी बड़ी सुंदर पोशाक उन्हां ने लियांदी है। सेत वस्त्र सूखम बहुत जो चिट्टे वस्त्र बड़े बरी कपड़े दी बनी हुई है। सो धर अवगानी सतगुरां दे सन्मुख रख के मत्था टेकिया। एक तुरंगम चपल बहु एक बहुत सुंदर ते चंचल घोड़ा कुछ धन पुन दीने कुछ
ਧਨ ਗੁਰੂ ਜੀ ਮਹਾਰਾਜ ਜੀ ਨੂੰ ਦਿੱਤਾ ਹੈ। ਇਤਿਆਦਿਕ ਤਰ ਪੇਟ ਕੋ ਇਤਿਆਦਿਕ ਪੇਟਾਵਾਂ ਰੱਖ ਕਰਕੇ ਸਭ ਨਿਕਟ ਅਸੀਨੇ ਸਾਰੇ ਹੀ ਗੁਰੂ ਜੀ ਮਹਾਰਾਜ ਦੇ ਕੋਲ ਬੈਠ ਗਏ। ਹਾਏ ਹਾਏ ਕਰ ਰੁਦਤ ਭੇ ਜਿਸ ਤਰ੍ਹਾਂ ਮਕਾਨ ਤੇ ਮਾਈਆਂ ਆਉਂਦੀਆਂ ਨੇ ਹਾਏ ਹਾਏ ਕਰਦੀਆਂ, ਇਸ ਤਰ੍ਹਾਂ ਸਾਹਿਬਜ਼ਾਦਿਆਂ ਦੇ ਨਿਮਿਤ ਹਾਏ ਹਾਏ ਕਰਨ ਲੱਗ ਪਏ। ਇਹ ਅੱਜ ਕੱਲ੍ਹ ਲੋਕਾਂ ਨੇ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ ਭਈ ਆ ਜਿਹੜੇ ਸਾਹਿਬਜ਼ਾਦਿਆਂ ਦੇ ਕਹਿੰਦੇ ਦੇਣ ਆਉਣੇ ਨੇ, ਤੇ ਆਮ ਲੋਕਾਂ ਨੇ ਇਹ ਗਲਤ ਪ੍ਰਚਾਰ ਸ਼ੁਰੂ ਕਰ ਦਿੱਤਾ ਕਿ ਜੀ ਉੱਥੇ ਲੰਗਰ ਨਹੀਂ ਵਰਤਣਾ ਚਾਹੀਦਾ। ਮੈਨੂੰ ਮਾਫ਼ ਕਰਨਾ, ਜਦੋਂ ਕੋਈ ਸਾਡਾ ਬਜ਼ੁਰਗ ਚੜ੍ਹਾਈ ਕਰ ਜਾਏ ਤੇ ਕੀ ਨਹੀਂ ਲੋਕ ਕਰਦੇ, ਤੇ ਇਸ ਵਾਸਤੇ ਗੁਰੂ ਘਰ ਦੇ ਵਿੱਚ ਖੁਸ਼ੀ ਅਤੇ ਗਮੀ ਇੱਕ ਸਾਰ ਹੈ। ਭਾਵੇਂ ਉਹ ਸਾਹਿਬਜ਼ਾਦੇ ਸੀ, ਗੁਰੂ ਸਾਹਿਬ ਦੇ ਛੋਟੇ ਬਾਲਕੇ ਸੀਗੇ, ਪਰ ਸਾਧ ਸੰਗਤ ਜੀਓ ਉਹਨਾਂ ਅਫਸੋਸ ਨਹੀਂ ਮਨਾਇਆ, ਆਪਦੀ ਮੌਤ ਦਾ ਉਹਨਾਂ ਅਫਸੋਸ ਨਹੀਂ ਕੀਤਾ ਹੈ। ਮਾਤਾ ਜੀ ਨੇ ਵੀ ਆ ਢਾਡੀ ਤੇ ਕਵੀਸ਼ਰ ਜਿੰਨੀਆਂ ਮਰਜ਼ੀ ਗੱਲਾਂ ਬਣਾ ਕਹਿਣ, ਪਰ ਮਾਤਾ ਜੀ ਬ੍ਰਹਮ ਗਿਆਨੀ ਸੀ, ਉਹਨਾਂ ਵੀ ਖੁਸ਼ੀ ਨਾਲ ਉਹਨਾਂ ਨੂੰ ਤੋਰਿਆ ਵੀ ਜਾਓ ਸਾਹਿਬਜ਼ਾਦਿਓ, ਸ਼ਹੀਦੀ ਪਾਉਣੀ ਹੈ ਤੇ ਧਰਮ ਨਹੀਂ ਤਿਆਗਣਾ। ਇਹ ਦਾਦੀ ਮਾਤਾ ਦੀ ਸਿੱਖਿਆ ਸੀ। ਉਹਨਾਂ ਹੱਸ ਕੇ ਆਪਦੀ ਜ਼ਿੰਦਗੀ ਵਾਰੀ ਹੈ। ਜਦੋਂ ਸੰਤ ਮਰਦੇ ਨੇ ਉਹਨਾਂ ਨੂੰ ਰੋਈਦਾ ਨਹੀਂ। ਆ ਸ਼ਹੀਦਾਂ ਦੀਆਂ ਤੁਸੀਂ ਜਲੇਬੀਆਂ ਵਰਤਾਉਂਦੇ ਨਹੀਂ? ਦੱਸੋ ਮੈਨੂੰ, ਕਿੰਨੇ ਤਰ੍ਹਾਂ ਦੀਆਂ ਮਠਿਆਈਆਂ ਬਣਾ ਕੇ ਵਰਤਾਈਆਂ। ਸ਼ਹੀਦਾਂ ਦਾ ਹੀ ਸਥਾਨ ਹੈ। ਇਹ ਥੋੜ੍ਹਾ ਵੀ ਇੱਥੇ ਰੋਣ ਹੀ ਲੱਗ ਪੈਣਾ, ਰੋਂਦੇ ਥੋੜ੍ਹੇ ਰਹਿਣਾ। ਉਹਨਾਂ ਤਾਂ ਦੇਸ਼ ਕੌਮ ਤੋਂ ਜ਼ਿੰਦਗੀ ਵਾਰ ਦਿੱਤੀ, ਹੁਣ ਆਪਾਂ ਇਹ ਥੋੜ੍ਹਾ ਵੀ ਰੋਣ ਹੀ ਬਹਿ ਜਾਣਾ। ਜੇ ਸਾਹਿਬਜ਼ਾਦਿਆਂ ਦਾ ਜੋੜ ਮੇਲਾ ਹੈ ਤੇ ਉੱਥੇ ਰੋਣ ਥੋੜ੍ਹੋ ਜਾਣਾ ਹੈ। ਬਾਣੀ ਦਾ ਕੀਰਤਨ ਕਰਦੇ ਜਾਣਾ, ਕੀਰਤਨ ਕਰਦੇ ਆਉਣਾ, ਜਿਹੜਾ ਉੱਥੇ ਦੀਵਾਨ ਲੱਗਦਾ ਉਹਦੇ 'ਚ ਹਾਜ਼ਰੀ ਭਰਨੀ, ਤੇ ਲੰਗਰ ਦੀ ਕੋਈ ਵਿਰੋਧਤਾ ਨਹੀਂ ਹੈ। ਜ਼ਰੂਰੀ ਨਹੀਂ ਵੀ ਮਾਂਹ ਦੀ ਦਾਲ ਜਾਂ ਮੂੰਗੀ ਦੀ ਦਾਲ ਤੇ ਸੁੱਕੀਆਂ ਰੋਟੀਆਂ ਉੱਥੇ ਵਰਤਣ, ਬਿਲਕੁਲ ਗਲਤ ਗੱਲ ਹੈ ਲੰਗਰ ਦੀ ਵਿਰੋਧਤਾ। ਅਗਲੇ ਦੀ ਖੁਸ਼ੀ ਹੈ ਕੋਈ ਖੀਰ ਬਣਾਏ, ਲੰਗਰ 'ਚ ਅਗਲੇ ਦੀ ਖੁਸ਼ੀ ਹੈ ਕੋਈ ਕੜਾਹ ਬਣਾਏ, ਅਗਲੇ ਦੀ ਖੁਸ਼ੀ ਹੈ ਭਾਵੇਂ ਕੋਈ ਪੂੜੀਆਂ ਬਣਾਏ, ਜੋ ਮਰਜ਼ੀ ਬਣਾ ਕੇ ਅਗਲਾ ਵਰਤਾਏ, ਹੈ ਤਾਂ ਗੁਰੂ ਦੇ ਸਾਹਿਬਜ਼ਾਦਿਆਂ ਦੇ ਨਾਮ ਦਾ ਲੰਗਰ ਹੈ ਨਾ ਬਈ। ਮਤਲਬ ਜਿਹੜਾ ਵੀ ਕੋਈ ਲੰਗਰ ਦੀ ਸੇਵਾ ਕਰ ਰਿਹਾ ਉਹ ਸਾਹਿਬਜ਼ਾਦਿਆਂ ਦੇ ਪਿਆਰ ਵਿੱਚ ਕਰ ਰਿਹਾ, ਉਹ ਸਾਹਿਬਜ਼ਾਦਿਆਂ ਦੇ ਪਿਆਰ ਵਿੱਚ ਕਰ ਰਿਹਾ ਹੈ। ਮਤਲਬ ਉਹਨਾਂ ਦੇ ਮਨ ਵਿੱਚ ਮੋਹ ਹੈ, ਪਿਆਰ ਹੈ ਸਾਹਿਬਜ਼ਾਦਿਆਂ ਦੇ ਨਿਮਿਤ, ਤੇ ਤਾਂ ਹੀ ਕੋਈ ਲੰਗਰ ਵਰਤਾ ਰਿਹਾ ਹੈ, ਦਿਲੀ ਪਿਆਰ ਹੈ। ਸੋ ਇਸ ਵਾਸਤੇ ਇਹ ਕੋਈ ਜ਼ਰੂਰੀ ਨਹੀਂ ਹੈ ਵੀ ਦਾਲ ਫੁਲਕੇ ਨਾਲ ਹੀ ਅਫਸੋਸ ਹੋ ਸਕਦਾ। ਜੇ ਕੋਈ ਚੰਗਾ ਲੰਗਰ ਵਰਤਾ ਰਿਹਾ ਤੇ ਉਹਦੇ ਮਨ 'ਚ ਇਹ ਵੀ ਮਹਾਰਾਜ ਦਾ ਜਾਂ ਸਾਹਿਬਜ਼ਾਦਿਆਂ ਦਾ ਪਿਆਰ ਨਹੀਂ ਹੈ। ਤੋ ਪਿਛਲੇ ਸਾਲਾਂ ਤੋਂ ਕਾਫੀ ਇਹ ਗੱਲ ਲੋਕਾਂ ਅਕਾਲ ਤਖਤ 'ਤੇ ਵੀ ਪਹੁੰਚਾਈ, ਉਹਨਾਂ ਵੀ ਆਰਡਰ ਦੇ ਦਿੱਤਾ ਵੀ ਇੰਝ ਨਾ ਕਰੋ ਬਈ। ਮੇਰੀ ਜਾਚੇ ਇਹ ਗੱਲਾਂ ਗਲਤ ਹਨ। ਗੁਰੂ ਘਰ ਦੇ ਵਿੱਚ ਸ਼ਹੀਦਾਂ ਦੇ ਅਸਥਾਨਾਂ ਦੇ, ਸਾਡੇ ਕੋਲ ਬਾਬਾ ਦੀਪ ਸਿੰਘ ਸ਼ਹੀਦ ਦਾ ਸਥਾਨ, ਐਤਵਾਰ ਦੇ ਐਤਵਾਰ ਸੰਗਤਾਂ ਜੋ ਕਿਸੇ ਦਾ ਮਨ ਆਉਂਦਾ ਵਰਤਾਉਂਦੀਆਂ ਨੇ। ਨਗਰ ਦੇ ਵਿੱਚ ਸ਼ਹੀਦਾਂ ਦਾ ਸਥਾਨ ਹੈ, ਤੇ ਇਸ ਲਈ ਜਿਨ੍ਹਾਂ ਕੌਮ ਤੋਂ ਜਿੰਦੜੀ ਵਾਰੀ ਹੈ ਉਹਨਾਂ ਦੇ ਅਸਥਾਨਾਂ ਦੇ ਇੰਝ ਹੀ ਲੰਗਰ ਲੱਗਦੇ ਹਨ। ਤੋ ਜਿਹੜੇ ਸਾਹਿਬਜ਼ਾਦੇ ਨੇ ਉਹਨਾਂ ਨੂੰ ਰੋਣਾ ਮੁਨਾਸਬ ਨਹੀਂ ਹੈ। ਆ ਵੇਖਿਓ ਹੁਣ ਗੁਰੂ ਗੋਬਿੰਦ ਸਿੰਘ ਜੀ ਸਮਝਾਉਣਗੇ, ਜਿਸ ਤਰ੍ਹਾਂ ਕਿਸੇ ਦੇ ਮਕਾਨ ਜਾਈਦਾ, ਇਸ ਤਰ੍ਹਾਂ ਮਕਾਨ ਥੋੜ੍ਹਾ ਜਾਣਾ ਹੈ, ਰੋਂਦੇ ਨਹੀਂ ਜਾਣਾ ਜਾਂ ਉੱਥੇ ਬਹਿ ਕੇ ਰੋਣਾ ਨਹੀਂ। ਉੱਥੇ ਤਾਂ ਬਾਣੀ ਪੜ੍ਹਦੇ ਜਾਣਾ ਤੇ ਬਾਣੀ ਸੁਣਨੀ ਹੈ। ਜੇ ਮਨ 'ਚ ਵੈਰਾਗ ਹੈ, ਕਬੀਰ ਸੰਤ ਮੋਏ ਕਿਆ ਰੋਈ ਹੈ, ਜੋ ਆਪਣੇ ਗ੍ਰਹਿ ਜਾਏ ਰੋਵ ਹੋ ਸਾਕਤ ਬਾਪਰੇ, ਜੋ ਹਟੈ ਹਾਟ ਬਿਕਾਏ। ਹੜ ਸਾਗ ਅਰੰਭਾ ਜਿਸ ਤਰ੍ਹਾਂ ਮਾਈਆਂ ਬੀਬੀਆਂ ਹਾਏ ਹਾਏ ਓਏ ਓਏ ਪਿੱਟਦੀਆਂ ਜਾਂਦੀਆਂ,
ਜਿਨ੍ਹਾਂ ਦੇ ਘਰ ਕੋਈ ਚੜ੍ਹਾਈ ਕੀਤਾ ਹੋਵੇ ਉਹ ਚੰਗੀਆਂ ਭਲੀਆਂ ਬੱਸ ਜਾਣਗੀਆਂ, ਗੱਲਾਂ ਬਾਤਾਂ ਮਾਰਦੀਆਂ, ਹੱਸਦੀਆਂ ਖੇਡਦੀਆਂ, ਅਤੇ ਜਦ ਉਤਰਨਗੀਆਂ ਬੱਸ 'ਚੋਂ ਘਰ ਵੱਲ ਮੂੰਹ ਕਰਨਗੀਆਂ ਅਤੇ ਉਹ ਸਟੰਟ ਜਿਹਾ ਬਣਾ ਲੈਣਗੀਆਂ ਅਤੇ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਕੱਢਣਗੀਆਂ। ਜਿਹੜਾ ਅਸਲੀ ਰੋਣਾ ਉਹਦੀ ਆਵਾਜ਼ ਤਾਂ ਨਿਕਲਦੀ ਹੋਈ ਨਹੀਂ ਹੈ। ਕਈ ਤਾਂ ਵਿਚਾਰੇ ਗੁੰਮਸੁੰਮ ਹੀ ਹੋ ਜਾਂਦੇ ਨੇ, ਉਹਨਾਂ ਸਗੋਂ ਕਹੀਦਾ ਵੀ ਇਹਨੂੰ ਰੋਣ ਦਿਓ। ਜਿਹੜਾ ਅਥਰੂ ਵੀ ਨਹੀਂ ਨਕੇਰਨੇ, ਰੋਣਾ ਵੀ ਨਹੀਂ ਹੈ, ਉਹ ਅੰਦਰੋਂ ਅੰਦਰ ਬੰਦਾ ਖਾਧਾ ਵੀ ਜਾਂਦਾ ਹੈ। ਉਹ ਅਸਲੀ ਰੋਣਾ ਦੀ ਕੁਝ ਹੋਰ ਹੀ ਹੁੰਦਾ। ਅਤੇ ਇਹ ਜਿਹੜੀਆਂ ਆਵਾਜ਼ਾਂ ਕੱਢਣੀਆਂ ਤਰ੍ਹਾਂ ਤਰ੍ਹਾਂ ਦੀਆਂ ਅਤੇ ਵੈਣ ਪਾਉਣੇ ਨੇ, ਇਹ ਬਿਲਕੁਲ ਮਨ ਮਤ ਪਖੰਡ ਹੈ। ਸਾਹਿਬ ਜਾਦੇ ਹੱਥ ਪਏ, ਭਾਈ ਪਰਮ ਸਿੰਘ ਤੇ ਧਰਮ ਸਿੰਘ ਸੰਗਤਾਂ ਸਮੇਤ ਹਾਏ ਹਾਏ ਕਰਦੇ ਰੋਣ ਲੱਗ ਪਏ। ਬੜਾ ਇਹਨਾਂ ਨੇ ਸਾਂਗ ਆਰੰਭਿਆ ਅਤੇ ਮਹਾਰਾਜ ਕਹਿੰਦੇ ਉਹ ਕਮਲਿਓ ਕੀ ਹੋਇਆ ਤੁਹਾਨੂੰ? ਓਏ ਮਹਾਰਾਜ ਜੀ ਤੁਹਾਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਜੀ। ਇਹ ਅਦਿਕ ਅਚੰਬਾ, ਇਹ ਬੜਾ ਆਸ਼ਚਰਜ ਹੋਇਆ ਹੈ ਜੀ। हे ਪ੍ਰਭ ਮਹਾ ਸੁਪੁੱਤਰ ਥੇ ਸੁੰਦਰ ਤਨ ਸੋਹੇ। हे ਮਹਾਰਾਜ ਜੀ ਆਪਦੇ ਇਹ ਸਾਹਿਬਜ਼ਾਦੇ ਬੜੇ ਸੁੰਦਰ ਨਵੀਨ ਅਵਸਥਾ ਵਾਲੇ ਸ਼ੋਭਦੇ ਸਨ। ਤਪ ਜਪ ਦਾਨ ਅਨੇਕ ਤੇ, ਸੋ ਜਪ ਤਪ ਤੇ ਅਨੇਕਾਂ ਦਾਨ ਕਰਨ ਨਾਲ ਵੀ ਅਸ ਪਾਏ ਨਾ ਕੋਹੇ। ਐਸਾ ਪੁੱਤਰ ਕੋਈ ਵੀ ਪ੍ਰਾਪਤ ਨਹੀਂ ਕਰ ਸਕਦਾ ਹੈ। ਵੱਡੇ ਭਾਗ ਹੋਣ ਤੇ ਇਹੋ ਜਿਹੇ ਹੀਰਿਆਂ ਮੋਤੀਆਂ ਵਰਗੇ ਸਾਹਿਬਜ਼ਾਦੇ ਪ੍ਰਾਪਤ ਹੁੰਦੇ ਹਨ। ਹਰ ਬਲਾ ਭੁਗਤੀ ਨਾ ਕੁਛ। 7 ਸਾਲ ਦੀ ਤੇ 9 ਸਾਲ ਦੀ ਉਮਰ ਕੀ ਹੁੰਦੀ ਹੈ? ਕੁਝ ਵੀ ਉਮਰ ਉਹਨਾਂ ਨਹੀਂ ਭੋਗੀ। ਕੀ ਵੇਖਿਆ ਸੀ ਉਹਨਾਂ ਦੁਨੀਆ ਵਿੱਚ? ਮਿੱਤਰ ਪੇ ਤੁਮ ਆਗੇ, ਮਹਾਰਾਜ ਮ੍ਰਿਤ ਪੇ ਤੁਹਾਡੇ ਤੋਂ ਪਹਿਲਾਂ ਹੀ ਉਹ ਰੱਬ ਨੂੰ ਪਿਆਰੇ ਹੋ ਗਏ। ਬਸਤਰ ਬੇਭੁਖਨ ਤੇ ਦਿਪਤ, ਬਸਤਰਾਂ ਤੇ ਗਹਿਣੀਆਂ ਦੇ ਨਾਲ ਉਹ ਬੜੇ ਪ੍ਰਕਾਸ਼ਮਾਨ ਸਨ। ਸਭ ਪਿਰਿਆ ਅਲਾਗੇ, ਸਭਨਾਂ ਨੂੰ ਪਿਆਰੇ ਲੱਗਦੇ ਸਨ। ਗਰਭ ਕਰੋ ਰਹੋ ਹੇਮ ਗਨ, ਮਹਾਰਾਜ ਕਰੋੜਾਂ ਹੀ ਧਨ ਅਤੇ ਸੋਨਾ। ਸਭ ਸ਼ਸਤਰ ਖਜ਼ਾਨਾ, ਸਾਰੇ ਸ਼ਸਤਰ ਤੇ ਸਾਰਾ ਹੀ ਖਜ਼ਾਨਾ। ਆਦ ਪ੍ਰਸਾਦੀ ਗੱਜ ਵੱਡੇ, ਉਹ ਵੀ ਆਪ ਦਾ ਲੁੱਟਿਆ ਗਿਆ ਜੀ। ਪ੍ਰਸ਼ਾਦੀ ਹਾਥੀ ਤੇ ਘੋੜੇ ਆਦਿਕ, ਜਨ ਮੋਲ ਮਹਾਨਾ, ਜਿਨ੍ਹਾਂ ਦਾ ਬੜਾ ਭਾਰੀ ਮੁੱਲ ਹੈ। ਖਰੇ ਹਜ਼ਾਰੋ ਹੈ ਖਰੇ, ਹਜ਼ਾਰਾਂ ਵਧੀਆ ਨਸਲ ਦੇ ਘੋੜੇ ਜੋ ਖੜੇ ਬਹੁਤ ਕੀਮਤ ਰੱਖਦੇ ਸਨ। ਵੱਡ ਕੀਮਤ ਵਾਰੇ, ਬੜੇ ਕੀਮਤ ਵਾਲੇ ਸਨ। ਦਲ ਬੇਡਾਰ ਤੇ ਆਦ ਜੇ, ਦਲ ਬਿਡਾਰ ਆਦਿਕ ਇਹ ਘੋੜੇ ਦਾ ਨਾਮ ਹੈ। ਨਹ ਪਰ ਹੈ ਨਿਹਾਰੇ, ਉਹ ਮਹਾਰਾਜ ਦਿਖਾਈ ਨਹੀਂ ਦੇ ਰਹੇ। ਸਭ ਕੁਛ ਲੁੱਟਿਆ ਪੁੱਟਿਆ ਗਿਆ ਜੀ। ਅਸਵਰਜ ਅਪਰ ਅਨੇਕ ਹੀ, ਹੋਰ ਅਨੇਕਾਂ ਹੀ ਐਸ਼ਵਰਜ ਧਨ ਵਿਭੂਤੀ ਆਦਿਕ, ਨਹ ਗਿਨ ਬਿਮਾਹੀ, ਜਿਨ੍ਹਾਂ ਦੀ ਕੋਈ ਵੀ ਗਿਣਤੀ ਨਹੀਂ ਆਉਂਦੀ ਹੈ। ਏਕ ਬਾਰ ਹੀ ਨਾਸ਼ ਪਾ, ਇਹ ਸੱਚੇ ਪਾਤਸ਼ਾਹ ਇੱਕੋ ਵਾਰ ਹੀ ਸਭ ਕੁਝ ਨਾਸ਼ ਹੋ ਗਿਆ। ਕੁਛ ਦੇਖਤ ਨਾਹੀ, ਕੁਝ ਵੀ ਦਿਖਾਈ ਨਹੀਂ ਦੇ ਰਿਹਾ। ਤੇਰੇ ਪ੍ਰਭ ਵੱਡ ਅਫਸੋਸ ਹੈ। ਇਹ ਸੱਚੇ ਪਾਤਸ਼ਾਹ ਇਸ ਗੱਲ ਦਾ ਬਹੁਤ ਭਾਰੀ ਅਫਸੋਸ ਹੈ। ਸਿੱਖ ਪਿੱਖ ਦੁੱਖ ਪਾਵੈ, ਸਿੱਖ ਆਪਦੇ ਪਿਆਰ ਵਾਲੇ ਇਹ ਸਾਰੇ ਵੇਖ ਕੇ ਬੜਾ ਦੁੱਖ ਪਾ ਰਹੇ ਹਨ ਜੀ। ਅਸਰਾਵਰ ਕੇ ਸਾਗ ਤੇ, ਸੋ ਐਸਾ ਆਪ ਜੀ ਦਾ ਸਾਂਗ ਵੇਖ ਕੇ ਨਹਿ ਕੋ ਪਰਮਾਵੈ, ਕਿਹੜਾ ਹੈ ਜਿਹੜਾ ਭਰਮ ਦਾ ਨਹੀਂ ਹੈ? ਮਤਲਬ ਹੈ ਤਾਂ ਆਪ ਦਾ ਕੌਤਕ ਹੀ, ਤੇ ਪਰ
सानू भरम पै रिहा है। मेरे सतगुर सुन कै पन्ना। सतगुरु जी महाराज इन्हां दे प्यार दे वचन सुन के कहन लगे, एक दुखी बैसाला। बहुत ज्यादा इन्हां नू दुखी गुरु महाराज जी ने वेखिया है। ख्याल करना, मैं तुहानू इत्थे रोकदा हाँ। पीर बुद्धू शाह जी जद भंगाणी दे युद्ध तो गुरु जी पासों सिरों पाओ लैके गए, 700 दे विचों 200 मरीज शहीद कराता ते 2 पुत्र आपदे शहीद कराते। ते हुण जिथे 200 बंदियां मरिया होवे एक पिंड दा, सढौरे पिंड दा, उत्थे दसो की हाल होएगा। घरों घर रोना पिटना होया। गुरु जी ने तुरन लगिया 5000 रुपया दिता सीगा भी ਜਿਹੜੇ शहीद होए ने उन्हां दे घरों घरी जाके माया दी सेवा कर दिओ। ते नाल महाराज ने आपदे केसां समेत कंघा दिता सीगा लक्कड़ दा। केस साफ कर रहे बाहर रहे सन, नवा कंघा लैके धारण करके पीर बुद्धू शाह नूं कहा भी झोली कर तैनूं बख्शिश दईए। पीर जी लैके घर आए, पहलां तां बीबी नसीरा बेगम ही रोन लग पई, हाय पीर जी मेरे पुत कित्थे छड्ड आए। है उतरा श्रद्धालु सीगी, पीर नूं इन्ने श्रद्धालु बनाया महाराज दा, पर पुत्तां दा मोह ते आउंदा ही है, अक्सर मां होई। पीर जी कहन लगे, भलीए लोके तूं तां इन्ने प्यार वाली है गुरु दी, सो सिक्खी तेरे पास मेरे तो पहलां दी है, तू तां मैनूं समझाउंदी सी। आ वेख मारे ने सानूं की दिता, दर्शन कर। जद उन्हें केसां समेत गुरु साहिब के कंघे के दर्शन किए, उहदे च उहनूं फिल्म दिखी, फोटो दिखी कि कलगीधर महाराज गुरु गोबिंद सिंह जी सचखंड च बैठे हुए ने ते सज्जे ते खब्बे पट्टां दे उहदे दोवें मुंडे बैठे हुए, ते महाराज ने इस तरह सिर ते हथ रखिया ते आपदी गोदी विच लिया होया। कहन लगी, पीर जी आ जिहड़े 2 बचा लैंदे इन्हां नूं भी क्यों लैंदा, इन्हां नूं महाराज दी गोद च छड्ड आउंदा। गज के आखो सतनाम श्री वाहिगुरू। जिहड़े शहीद हो गए इन्हां मेरी कुख सफल कीती है। तो इस वास्ते मरण मुनसा सूर्या हक है, मरण मुनसा सूर्या हक है। जे होए मरण परमाणो, नानक सूरे से ही आगे आखिए, जे साची दरगह जे पावे साची दरगह मानो। फिर जिथे जिथे कोई रो रहा सी उन्हां दे घरां च गए पीर साहब जी, नाले तां आख्या भी आ महाराज ने सेवा भेजी है, माया दी सेवा उन्हां नूं दित्ती, ते नाले सारियां नूं गुरु साहब दे कंघे केसां समेत दर्शन कराए। वो जिहड़ा जिहड़ा भी कंघा वेखदा केसां समेत उन्होंने आप दे संबंधी दी फोटो दिखदी, गुरु कलगीधर दी गोद विच वो बैठा होया। शहीद दा सिर सीधा ही गुरु गोबिंद सिंह जी गोद च जांदा है। गज के आखो सतनाम श्री वाह। जिस तरह हाईवे जीटी रोड मोटरवे है, इस तरह दी सड़क सीधी सचखंड नूं जा रही है। सज्जे ते खब्बे अनेकां ही रूहां तरले मार रही रस्ते विच बैठिया हुई, उन्होंने अगे राह नहीं मिल रहा। जिन्हें जिन्हें किसी ने भगती की है ते वो वेखदा बेचारा, ते शहीद जाते ने दौड़े हुए, कोई उन्होंने रोक टोक नहीं, मिनटां सकेंडां च सीधा ही गुरु गोबिंद सिंह जी गोच। और उतों जिवें जिवें ड्यूटी लगती है पुछया जाता है भी गुरमुखा तेरे मन की इच्छा तो नहीं कोई सेवा करने दी। जे कहे भी मेरे मन की इच्छा भी मैं खालिस्तान का झंडा दर्शन करके आने ने ते चला के आना खालसे का राज, फिर तो कहते तेरी मर्जी है जा, जो जी करा फिर आ जाई। जे कहे भी सेवा करने की इच्छा खत्म हो गई है, मैं तो आपके चरणों च रहना, फिर कहते बह जा माला फड़ ते सतनाम वाहिगुरू कर। सो जिमें जिमें जिथे जिथे लोड़ होंदी शहीदी फौजां हाजिर होंदियां। कलगीधर महाराज के हुक्म दे विच ये पुत्र आत्मावां हमेशा वास्ते अमर हो जांदियां ने। मौत तो बाद भी एक जिंदगी प्राप्त होंदी है, नवीं जिंदगी है। इसलिए कबीर जी ने किया, कबीर जिस मरने ते जग डरै
मेरा मन आनंद मरने ही ते पाइया पूਰਨ परमानंद। ਜਿਉਂਦਿਆਂ ਤਾਂ 100 ਮਨ ਦੇ ਵਿੱਚ ਚਿੰਤਾ, ਅਫਸੋਸ, ਡਰ, ਡੁੱਕਰ, ਤੇ ਮਰਨ ਤੋਂ ਬਾਅਦ ਕਿਹੜਾ ਡਰ ਹੈ। ਨਿਰਖੌਫ ਹੋ ਜਾਂਦੀਆਂ ਰੂਹਾਂ। ਤੋ ਇੰਜ ਕਲਗੀਧਰ ਮਹਾਰਾਜ ਸਮਝਾਉਣ ਲੱਗੇ, ਉਹ ਕਮਲਿਓ ਤੁਸੀਂ ਚੰਗੇ ਭਲੇ ਸਿਆਣੇ ਬਿਆਣੇ ਹੋ, ਤੇ ਕੀ ਤੁਸੀਂ ਅਫਸੋਸ ਕਰਨ ਲੱਗ ਪਏ ਹੋ ਜਿਸ ਤਰ੍ਹਾਂ ਕਿਸੇ ਦੇ ਮਕਾਨ 'ਤੇ ਜਾ ਕੇ ਤੇ ਅਫਸੋਸ ਕਰੀਦਾ। ਇੰਝ ਕਿਉਂ ਹੋਇਆ ਜੀ, ਉਂਝ ਕਿਉਂ, ਇਸ ਤਰ੍ਹਾਂ ਸਿੱਖ ਥੋੜ੍ਹੋ ਕਰਦੇ ਨੇ। ਸਤਿਨਾਮ ਵਾਹਿਗੁਰੂ ਦਾ ਜਾਪ ਕਰੋ, ਕਥਾ ਕੀਰਤਨ ਕਰੋ, ਸੁਣੋ ਸਾਹਿਬਜ਼ਾਦਿਆਂ ਦਾ ਨਾਮ ਲੈ ਕੇ ਤੇ ਬਾਣੀ ਪੜ੍ਹੋ, ਅਰਦਾਸ ਕਰੋ ਆਪਦੇ ਭਲੇ ਵਾਸਤੇ। ਤੇ ਅਫਸੋਸ ਦਾ ਮਤਲਬ ਕੀ ਹੋਇਆ, ਮੈਂ ਤੁਹਾਨੂੰ ਦੱਸਦਾ ਹਾਂ। ਜਗਤ ਪਦਾਰਥ ਰੀਤ ਇਹ ਬਿਨਸੈ ਤਤਕਾਲਾ। ਉਹਨਾਂ ਨੇ ਹਾਥੀ ਘੋੜਿਆਂ ਦਾ ਵੀ ਸੋ ਅਫਸੋਸ ਕੀਤਾ, ਖਜ਼ਾਨੇ ਦਾ ਵੀ ਕੀਤਾ। ਪਾਤਸ਼ਾਹ ਕਹਿਣ ਲੱਗੇ ਕਿ ਜਿਹੜੇ ਜਗਤ ਦੇ ਪਦਾਰਥ ਨੇ ਇਹ ਅੱਜ ਵੀ ਜਾਣੇ ਤੇ ਭਲਕੇ ਵੀ ਜਾਣੇ ਤੇ ਪਰਸੋਂ ਵੀ ਜਾਣੇ ਨੇ। ਜੇ ਪਹਿਲਾਂ ਹੀ ਚਲੇ ਗਏ ਫਿਰ ਕਾਹਦਾ ਅਫਸੋਸ ਹੈ। ਉਪਜਹਿ ਬਿਨਸਨ ਹਾਰ ਜੋ ਆਗੇ ਕਿਆ ਪਾਛੈ। ਜਿਹੜੀ ਵੀ ਵਸਤੂ ਪੈਦਾ ਹੁੰਦੀ ਹੈ ਉਹ ਸੱਗੋਂ ਜਾਂ ਪਿੱਛੋਂ ਉਹ ਖਤਮ ਹੋ ਜਾਂਦੀ ਹੈ। ਹਰੇਕ ਦੀ ਵੈਲਿਡਿਟੀ ਹੁੰਦੀ ਹੈ। ਇਨਕੀ ਸਥਿਰਤਾ ਹੋਤ ਨ ਹੈ ਕਿਉ ਗਿਆਨੀ ਬਾਛੈ। ਇਹਨਾਂ ਪਦਾਰਥਾਂ ਦੀ ਸਥਿਰਤਾ ਨਹੀਂ ਹੁੰਦੀ। ਗਿਆਨੀ ਕਿਉਂ ਚਾਹੁੰਦੇ ਹਨ, ਭਾਵੇਂ ਇਹਨਾਂ ਨਾਲ ਮੋਹ ਨਹੀਂ ਕਰਦੇ। ਆਤਮ ਸੱਤਾ ਸਦਾ ਉਪਜੈ ਨ ਬਿਨਾਸ਼ੀ। ਇੱਕ ਆਤਮਾ ਸਦਾ ਰਹਿਣ ਵਾਲੀ ਅਤੇ ਅਮਰ ਹੈ, ਜਿਹੜੀ ਨਾ ਪੈਦਾ ਹੁੰਦੀ ਹੈ ਤੇ ਨਾ ਹੀ ਖਤਮ ਹੁੰਦੀ ਹੈ। ਸੋ ਸਰੂਪ ਨਿਜ ਜਾਣ ਕੈ ਹੋਏ ਪਰਮ ਪ੍ਰਕਾਸ਼ੀ। ਉਹ ਆਪਣਾ ਰੂਪ ਜਾਣ ਕੇ ਪਰਮ ਪ੍ਰਕਾਸ਼ ਦੀ ਹੈ। ਪੂਰ ਪਦਾਰਥ ਤੇ ਕਬਹੁ ਸ਼ੋਕ ਨਾ ਹਰ ਖਾਵੈ। ਝੂਠੇ ਪਦਾਰਥਾਂ ਬਾਰੇ ਕਦੀ ਵੀ ਦੁਖੀ ਨਾ ਹੋਵੋ ਤੇ ਨਾ ਹੀ ਮਿਲ ਜਾਣ ਦੇ ਪ੍ਰਸੰਨ ਹੋਵੋ। ਇੱਕ ਰਸ ਬਿਰਤੀ ਸੋ ਆਤਮਾ ਤਿਹ ਜੋ ਲਿਵ ਲਾਵੈ। ਜਿਹੜੀ ਇੱਕ ਰਸ ਆਤਮਾ ਹੈ ਉਸ ਨਾਲ ਆਪਣੀ ਲਿਵ ਲਾਵੇ। ਰੇਖ ਨਿਹਾਰ ਹੋ ਮੇਟੀਐ ਜਿਉ ਲਾਭ ਨ ਹਾਨਾ। ਕਹਿੰਦੇ ਜੀ ਨਹੀਂ, ਸਾਨੂੰ ਬੜਾ ਦੁੱਖ ਹੋ ਰਿਹਾ। ਮਹਾਰਾਜ ਕਹਿੰਦੇ ਚਲੋ ਲਕੀਰਾਂ ਕੱਢੋ। ਉਹਨਾਂ ਲਕੀਰਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਕਾਫੀ ਧਰਤੀ ਦੇ ਲਕੀਰਾਂ ਕੱਢ ਦਿੱਤੀਆਂ। ਫਿਰ ਮਹਾਰਾਜ ਕਹਿੰਦੇ ਇਹਨੂੰ ਮੇਟ ਦਿਓ। ਉਹਨਾਂ ਮੇਟ ਦਿੱਤੀਆਂ। ਮਹਾਰਾਜ ਕਹਿੰਦੇ ਲਕੀਰਾਂ ਕੱਢਣ ਤੋਂ ਤੁਹਾਨੂੰ ਕੁਝ ਖੁਸ਼ੀ ਹੋਈ? ਕਹਿੰਦੇ ਜੀ ਨਹੀਂ, ਇਹ ਤਾਂ ਬੱਚਿਆਂ ਵਾਲਾ ਕੰਮ ਹੈ। ਬੱਚੇ ਘਰ ਬਣਾਉਂਦੇ ਨੇ, ਪੈਰ ਮਾਰ ਕੇ ਢਾਹ ਸੁੱਟਦੇ ਨੇ, ਉਹ ਰੋਂਦੇ ਥੋੜੋ ਨੇ, ਖੇਡ ਕੇ ਆਪਦੇ ਘਰ ਨੂੰ ਚਲੇ ਜਾਂਦੇ। ਮੇਟਣ ਤੋਂ ਕੋਈ ਦੁੱਖ ਹੋਇਆ? ਕਹਿੰਦੇ ਜੀ ਨਹੀਂ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇੰਝ ਹੀ ਸਾਹਿਬਜ਼ਾਦਿਆਂ ਦੇ ਜਨਮ ਲੈਣ ਤੋਂ ਸਾਨੂੰ ਕੋਈ ਖੁਸ਼ੀ ਨਹੀਂ ਹੋਈ ਤੇ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਸਾਡੇ ਮਨ 'ਚ ਕੋਈ ਅਫਸੋਸ ਨਹੀਂ ਹੈ, ਕਿਉਂਕਿ ਉਹ ਅਮਰਾਪੁਰੀ ਸੱਚਖੰਡ ਤੋਂ ਆਏ ਹੋਈ ਸ਼ਹੀਦੀ ਪਾਉਣ ਵਾਸਤੇ ਸਨ। ਇਹ ਰੂਹਾਂ ਸਿੱਖ ਕੌਮ ਦੀਆਂ ਨੀਹਾਂ ਨੂੰ ਮਜ਼ਬੂਤ ਕਰਨ ਹਿੱਤ ਸੱਚਖੰਡ ਤੋਂ ਵਾਹਿਗੁਰੂ ਜੀ ਨੇ ਖੁਦ ਆਪ ਭੇਜੀਆਂ ਸੀ। ਉਹਨਾਂ ਨੇ ਧਰਮ ਦੀ ਦ੍ਰਿੜਤਾ ਦਿਖਾ ਕੇ ਇੰਨੇ ਕੌਨਫੀਡੈਂਸ ਨਾਲ ਉਹਨਾਂ ਜਵਾਬ ਦਿੱਤੇ ਕਿ ਇਹਨਾਂ ਦੇ ਦਿਲ ਦਹਿਲ ਗਏ ਸਨ, ਜ਼ਾਲਮ ਇੱਕ ਵਾਰੀ ਹਿੱਲ ਗਏ ਸਨ। ਇੰਨੇ ਤਰੀਕੇ ਦੇ ਨਾਲ ਉਹਨਾਂ ਨੇ ਉੱਚੀ ਬੁਲੰਦ ਆਵਾਜ਼ ਦੇ ਵਿੱਚ ਧਰਮ ਦੀ ਆਵਾਜ਼ ਉਠਾਈ। ਸ਼ਹੀਦ ਅਰਥ ਹੀ ਗਵਾਹ ਦਾ ਹੈ। ਫਾਰਸੀ ਦਾ ਅੱਖਰ ਹੈ ਸ਼ਾਹਿਦ। ਸ਼ਾਹਿਦ ਅਰਥ ਹੈ ਗਵਾਹ, ਜਿਹੜਾ ਸੱਚ ਦੀ ਗਵਾਹੀ ਦੇ ਨਿਡਰ ਹੋ ਕੇ। ਤੋ ਇੰਜ ਮਹਾਰਾਜ ਕਹਿੰਦੇ ਨੇ ਕਿ ਲਕੀਰਾਂ ਕੱਢਣ ਤੋਂ ਜਿਵੇਂ ਤੁਹਾਨੂੰ ਖੁਸ਼ੀ ਨਹੀਂ, ਮਿਟਣ ਤੋਂ ਗਮੀ ਨਹੀਂ,
ਇਉਂ ਸਾਹਿਬਜ਼ਾਦਿਆਂ ਦੀ ਅਵਤਾਰ ਧਾਰਨ ਤੋਂ ਤੇ ਸ਼ਹੀਦੀ ਪਾਉਣ ਤੋਂ ਅਸੀਂ ਖੁਸ਼ੀ ਅਤੇ ਗਮੀ ਤੋਂ ਰਹਿਤ ਹਾਂ। ਇਕ ਸਮ ਬਿਰਤ ਸਤ ਗੁਰਨ ਕੀ ਇਮ ਜਾਨ ਸੁਜਾਨਾ। ਹੇ ਸਿਆਣਿਓ, ਸਤਿਗੁਰਾਂ ਦੀ ਬਿਰਤੀ ਇੱਕ ਰਸ ਹੈ। ਕਰਨ ਜਹ ਉਖੇਰਨੇ ਅਸ ਕਿਰਤ ਹਮ ਠਾਨਾ। ਤੁਰਕਾਂ ਦੀ ਜੜ ਪੁੱਟਣੀ ਹੈ ਤਾਂ ਅਸੀਂ ਇਹ ਖੇਡ ਰਚਾਈ ਹੈ। ਸਾਹਿਬਜ਼ਾਦੇ ਮਰਜ਼ੀ ਨਾਲ ਸ਼ਹੀਦ ਹੋਏ, ਕਿਉਂਕਿ ਉਹਨਾਂ ਦੀ ਸ਼ਹੀਦੀ ਨੇ ਹੀ ਤੁਰਕਾਂ ਦੀ ਜੜ ਪੁੱਟੀ ਹੈ। ਕੁਝ ਦਾ ਨਾਵੇਂ ਪਾਤਸ਼ਾਹ ਪੁੱਟ ਗਏ ਤੇ ਇਹਨਾਂ ਚੁੱਕ ਕੇ ਖਾਰੇ ਸਮੁੰਦਰ 'ਚ ਸੁੱਟ ਦਿੱਤੀ ਛੋਟੇ ਸਾਹਿਬਜ਼ਾਦਿਆਂ ਨੇ। ਸਾਹਿਬਜ਼ਾਦੇ ਰੂਪ ਮਮ ਕਿਆ ਤਿਨਸ ਕੋ ਹਾਨਾ। ਸਾਹਿਬਜ਼ਾਦੇ ਮੇਰਾ ਹੀ ਰੂਪ ਹਨ ਔਰ ਮੇਰੇ ਵਿੱਚ ਸਮਾਏ ਹੋਏ ਨੇ, ਉਹਨਾਂ ਦਾ ਕਿਵੇਂ ਕੋਈ ਨਾਸ ਕਰ ਸਕਦਾ ਹੈ। ਸਦਾ ਅਮਰ ਆਨੰਦ ਜੁਤ ਮਨ ਮੋਹ ਨਾ ਲੇਸ਼ਾ। ਉਹ ਹਮੇਸ਼ਾ ਹੀ ਅਮਰ ਨੇ, ਆਨੰਦ ਸਹਿਤ ਨੇ, ਉਹਨਾਂ ਦਾ ਮਨ ਵਿੱਚ ਲੇਸ਼ ਮਾਤਰ ਵੀ ਸਾਨੂੰ ਕੋਈ ਸਰੀਰ ਦਾ ਮੋਹ ਨਹੀਂ ਹੈ। ਤਿਨਹੁ ਸ਼ੋਕ ਕਿਮ ਹਮ ਕਰੈ ਜੇ ਮੁਦਤ ਹਮੇਸ਼ਾ। ਉਹਨਾਂ ਦਾ ਦੁੱਖ ਅਫਸੋਸ ਅਸੀਂ ਭਲਾ ਕਿਉਂ ਮਨਾਈਏ ਜਿਹੜੇ ਸਦਾ ਹੀ ਪ੍ਰਸੰਨ ਹਨ। ਹਿਮ ਸੁਨ ਕੈ ਗੁਰ ਤੇ ਦਉ ਕੁਛ ਧੀਰਜ ਪਾਇਓ। ਇੰਜ ਭਾਈ ਪਰਮ ਤੇ ਭਾਈ ਧਰਮ ਸਿੰਘ ਦੋਨਾਂ ਨੇ ਗੁਰਾਂ ਤੋਂ ਸੁਣ ਕੇ ਕੁਝ ਕੁ ਧੀਰਜ ਪਾਈ। ਔਰ ਦੇ ਸੰਦੇਹ ਜੁਤ ਐਸ਼ਵਰਜ ਗਵਾਇਓ। ਤੇ ਤਾਂ ਵੀ ਉਹਨਾਂ ਦੇ ਮਨ ਵਿੱਚ ਇਹ ਸੰਸਾ ਹੈ ਕਿ ਗੁਰੂ ਜੀ ਦੇ ਕੋਲ ਇੰਨੀ ਦੌਲਤ ਸੀਗੀ, 9 ਲੱਖ ਰੁਪਈਆ ਤਾਂ ਕੈਸ਼ ਸੀਗਾ ਤੇ 9 ਹੀ ਆਪਣਾ ਲੀੜਾ ਕੱਪੜਾ ਸੀਗਾ ਜਿਹੜਾ ਸਾਰਾ ਸਤਲੁਜ 'ਚ ਪ੍ਰਵਾਹ ਕਰ ਦਿੱਤਾ ਤੇ ਬਾਕੀ ਇਸ ਤਰ੍ਹਾਂ ਹੀ ਚਲਾ ਗਿਆ। ਹੁਣ ਮਹਾਰਾਜ ਦੇ ਕੋਲ ਕੁਛ ਵੀ ਨਹੀਂ ਹੈ। ਕਰ ਜੋਰਤ ਬਿਰਤੀ ਕਰੀ ਪੋਸ਼ਿਸ਼ ਪਹਿਰੀਜੈ। ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਆਪ ਨੇ ਵੇਖੋ ਕੱਪੜੇ ਕਿਸ ਤਰ੍ਹਾਂ ਦੇ ਪਾਏ ਹੋਏ ਨੇ, ਇਹ ਸਾਡੇ ਕੋਲੋਂ ਪੁਸ਼ਾਕ ਲੈ ਕੇ ਧਾਰਨ ਕਰੋ ਜੀ। ਸ਼ਿਆਮ ਜੇ ਬਸਤਰ ਉਤਾਰੀਆ ਹੈ ਅਬ ਸੇਵਤ ਤਹਰੀਜੈ। ਇਹ ਜਿਹੜੇ ਨੀਲੇ ਬਸਤਰ ਆਪ ਨੇ ਧਾਰਨ ਕੀਤੇ ਹਨ ਮਹਾਰਾਜ, ਇਹਨਾਂ ਨੂੰ ਉਤਾਰ ਦਿਓ ਜੀ। ਅਤੇ ਆ ਚਿੱਟੇ ਬਸਤਰ ਜੋ ਗੁਰੂ ਘਰ ਦੀ ਇਹ ਵਰਦੀ ਹੈ, ਚਿੱਟੇ ਬਸਤਰ ਸੰਤਾਂ ਮਹਾਤਮਾ ਗੁਰੂਆਂ ਪੀਰਾਂ ਨੂੰ ਸ਼ੋਭਾ ਪਾਉਂਦੇ ਨੇ, ਇਹ ਆਪ ਜੀ ਚਿੱਟੇ ਬਸਤਰ ਮਹਾਰਾਜ ਧਾਰਨ ਕਰ ਲਓ। ਸਤਿਗੁਰ ਭਿਖ ਭਾਵਨੀ ਕਹਿ ਬਿਨਾ ਸਪਰਮਾ। ਸਤਿਗੁਰੂ ਮਹਾਰਾਜ ਨੇ ਸੁਣ ਕੇ ਤੇ ਉਹਨਾਂ ਦੀ ਸ੍ਰੇਸ਼ਟ ਭਾਵਨਾ ਵੇਖ ਕੇ ਸਫੇਦ ਬਸਤਰ ਪਹਿਨ ਲੈਣਾ ਕੀਤੇ ਹਨ। ਹਰੇ ਪੋਸ਼ਿਸ਼ ਬਿਸਦ ਬਰ ਕਰ ਸੇਵਕ ਸ਼ੇਮਾ। ਸਫੇਦ ਬਸਤਰ ਪਹਿਨ ਲਏ ਅਤੇ ਆਪਣੇ ਸੇਵਕਾਂ ਦੀ ਕਲਿਆਣ ਮੁਕਤੀ ਉਹਨਾਂ ਨੂੰ ਸੁਖ ਬਖਸ਼ਿਆ। ਨੀਲੰਬਰ ਅੰਬਰ ਜਥਾ ਸੋ ਧਰੇ ਉਤਾਰੀ। ਆਕਾਸ਼ ਵਰਗੇ ਨੀਲੇ ਬਸਤਰ ਉਤਾਰ ਕੇ ਰੱਖ ਦਿੱਤੇ। ਵੈਸੇ ਇਹ ਜਿਹੜੀ ਸਾਖੀ ਹੈ ਨੀਲੇ ਬਸਤਰ ਉਤਾਰਨ ਵਾਲੀ, ਇਹ ਅੱਗੇ ਢਿਲਵੀਂ ਪਿੰਡ ਦੀ ਹੈ। ਉੱਥੇ ਖਾਸ ਕਰਕੇ ਵਿਸ਼ੇਸ਼ ਇਤਿਹਾਸ ਹੈ, ਜਿੱਥੇ ਭਾਈ ਪ੍ਰਿਥੀ ਚੰਦ ਦੀ ਜਿਹੜੀ ਔਲਾਦ ਹੈ ਉਹ ਸੋ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਉਣਗੇ ਤੇ ਉਹ ਮਹਾਰਾਜ ਨੂੰ ਚਿੱਟੇ ਬਸਤਰ ਭੇਟਾ ਕਰਨਗੇ। ਉੱਥੇ ਵੀ ਸਾਖੀ ਆਵੇਗੀ, ਇੱਥੋਂ ਦੀ ਵੀ ਹੋਏਗੀ, ਉੱਥੇ ਦੀ ਵੀ ਹੈ। ਹਿਮ ਦਰਸ਼ਨ ਕਰ ਕੈ ਭਲੋ ਹਰਖੇ ਨਰ ਨਾਰੀ। ਇੰਜ ਸਤਿਗੁਰੂ ਮਹਾਰਾਜ ਜੀ ਦੇ ਭਲੇ ਦਰਸ਼ਨ ਕਰਕੇ ਇਸਤਰੀਆਂ ਤੇ ਮਨੁੱਖ ਬਹੁਤ ਖੁਸ਼ ਪ੍ਰਸੰਨ ਹੋਏ ਹਨ। ਕਤਿਕ ਸਮ ਬੈਠੇ ਨਿਕਟ ਰੂਪੇ ਕੋ ਬੰਸਾ। ਭਾਈ ਰੂਪ ਚੰਦ ਦੀ ਵੰਸ਼ ਕਾਫੀ ਸਮੇਂ ਦਾ ਗੁਰੂ ਜੀ ਦੇ ਮਾਸ ਬੈਠੀ ਰਹੀ, ਮਤਲਬ ਭਾਈ ਪਰਮ ਸਿੰਘ ਤੇ ਭਾਈ ਧਰਮ ਸਿੰਘ ਜੀ। ਪੁਨ ਬੰਦਨ ਕਰ ਸਦਨ ਗੇ ਮੁਖ ਕਰਤ ਪ੍ਰਸ਼ੰਸਾ। ਫਿਰ ਆਪਣੇ ਮੁਖ ਤੋਂ ਗੁਰੂ ਜੀ ਮਹਾਰਾਜ ਦੀ ਪ੍ਰਸ਼ੰਸਾ ਕਰਦਿਆਂ
ਆਪਦੇ ਘਰਾਂ ਨੂੰ ਚਲੇ ਵਾਪਸ ਚਲੇ ਗਏ। ਇਤਨ ਬਿਨ ਸਿਉ ਪਾਸ ਤੇ ਜਨ ਸ਼ੋਕ ਨ ਲੇਸਾ। ਤੇ ਇਹੀ ਸੋਚਦੇ ਨੇ ਕਿ ਗੁਰੂ ਜੀ ਦੇ ਪਾਸੋਂ ਵੇਖੋ ਇੰਨਾ ਕੁਝ ਨਸ਼ਟ ਹੋ ਗਿਆ, ਫਿਰ ਵੀ ਉਹਨਾਂ ਨੂੰ ਰਾਈ ਭਰਦਾ ਵੀ ਦੁੱਖ ਨਹੀਂ ਹੈ। ਉਤਰਾਦਿਕ ਪਿਰਿਆ ਵਸਤ ਬਹੁ ਹੱਥ ਪੇ ਨ ਕਲੇਸ਼ਾ। ਪੁੱਤਰ ਆਦਿਕ ਪਿਆਰੀਆਂ ਵਸਤੂਆਂ ਵੇਖੋ ਮਹਾਰਾਜ ਦੇ ਕੋਲੋਂ ਖੁੱਸ ਗਈਆਂ, ਫਿਰ ਵੀ ਉਹਨਾਂ ਨੂੰ ਕੋਈ ਲੇਸ਼ ਮਾਤਰ ਵੀ ਦੁੱਖ ਨਹੀਂ ਹੈ। ਹਰਖ ਸੋਗ ਤੇ ਰਹਿ ਨਿਆਰੋ, ਨਾਹੀਂ ਮਾਨ ਅਪਮਾਨ। ਦੋਹਰਾ ਅਗਲੇ ਦਿਨ ਹਿਤ ਖਾਨ ਕੇ ਉਤਮ ਅਸਨ ਕਰਾਏ। ਅਗਲੇ ਦਿਨ ਛਕਣ ਵਾਸਤੇ ਉਤਮ ਭੋਜਨ ਤਿਆਰ ਕਰਵਾਏ। ਗਮਨਿਓ ਦਰਸ਼ਨ ਕਰਨ ਕੋ ਸ਼ਰਧਾਲੂ ਧਰ ਪਾਏ। ਫਿਰ ਭਾਈ ਧਰਮ ਸਿੰਘ ਸ਼ਰਧਾਲੂ ਭਾਵਨਾ ਧਾਰ ਕੇ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਗਿਆ। ਨਿਸ਼ਾਨੀ ਛੰਦ ਕਤਕ ਸਿੱਖ ਆਗੇ ਗਏ, ਕੋ ਆਵਤ ਪਾਛੇ। ਕਈ ਸਿੱਖ ਅੱਗੇ ਗਏ ਸਨ, ਕਈ ਪਿੱਛੇ ਆਉਂਦੇ ਸਨ। ਉਤਲਾਵਤ ਹੀ ਚੱਲ ਪਰਿਓ, ਮਗ ਏਕਲ ਆਛੇ। ਭਾਈ ਧਰਮ ਸਿੰਘ ਉਤਾਵਲਾ ਹੋ ਕੇ ਇਕੱਲਾ ਹੀ ਰਾਹ ਚੱਲ ਪਿਆ। ਬਹਿਰ ਗਇਓ ਚੱਲ ਕਤਕ, ਜਬ ਬਾਥਾਂ ਬੇਪਿਖ ਦਾਏ। ਜਦ ਕੁਝ ਦੂਰ ਬਾਹਰ ਚੱਲ ਕੇ ਗਿਆ ਤਾਂ ਸੱਜੇ ਖੱਬੇ ਵੇਖਿਆ ਅਤੇ ਸੋਚਿਆ ਕਿ ਕੋਈ ਕੋ ਸਿੱਖ ਆਵੈ ਗੈਲ ਤੇ ਲਿਓ ਸੰਗ ਰਲਾਏ। ਕੋਈ ਸਿੱਖ ਆਉਂਦਾ ਹੋਵੇ ਤਾਂ ਉਹਨੂੰ ਮੈਂ ਆਪਦੇ ਨਾਲ ਰਲਾ ਲਵਾਂ। ਜਬ ਪਾਛਲ ਦਿਸ਼ ਦੇਖਿਓ, ਆਵਤ ਸਿੱਖ ਧੀਰਾ। ਇਹ ਭਾਈ ਪਰਮ ਸਿੰਘ ਵਾਲਾ ਹੀ ਭਾਈ ਧਰਮ ਸਿੰਘ ਹੈ, ਭਾਈ ਰੂਪੇ ਦੀ ਵੰਸ਼ ਵਾਲਾ, ਉਹ ਪਿਆਰੇ ਧਰਮ ਸਿੰਘ ਦੀ ਗੱਲ ਨਹੀਂ ਹੈ। ਸੋ ਭਾਈ ਧਰਮ ਸਿੰਘ ਇਹ ਜਿਹੜਾ ਭਾਈ ਰੂਪ ਦੀ ਵੰਸ਼ ਵਾਲਾ, ਇਹਨੇ ਜਦ ਪਿਛਲੇ ਪਾਸੇ ਵੇਖਿਆ ਕਿ ਇੱਕ ਧੀਰਜਵਾਨ ਸਿੱਖ ਆ ਰਿਹਾ ਹੈ। ਮਿਲਾਖਿਓ ਮਿਲ ਕਰ ਚੱਲੈ, ਸਤਿਗੁਰ ਕੇ ਤੀਰਾ। ਤਾਂ ਉਹਨੇ ਅਭਿਲਾਸ਼ਾ ਕੀਤੀ ਕਿ ਸਤਿਗੁਰੂ ਜੀ ਦੇ ਪਾਸ ਮਿਲ ਕੇ ਚੱਲਦੇ ਹਾਂ, ਮੈਂ ਉਹਨੂੰ ਵੀ ਆਪ ਦੇ ਨਾਲ ਲਾ ਲੈਂਦਾ ਹਾਂ। ਸਨੇ ਸਨੇ ਚੱਲ ਬੇ ਲਗਿਓ, ਹੇਰਤ ਸਿੱਖ ਊਰੀ। ਸਿੱਖ ਵੱਲ ਵੇਖ ਕੇ ਹੌਲੀ ਹੌਲੀ ਚੱਲਣ ਲੱਗਿਆ ਕਿ ਉਹ ਮੇਰੇ ਨਾਲ ਮਿਲ ਜਾਵੇ। ਤੇ ਕੌਤਕ ਦੇਖਾਰਿਓ, ਅਚਰਜ ਮਤ ਬੋਰੀ। ਪਰ ਉਹ ਸਿੱਖ ਨੇ ਇੱਕ ਅਚਰਜ ਕੌਤਕ ਦੱਸਿਆ, ਜਿਸ ਨਾਲ ਭਾਈ ਧਰਮ ਸਿੰਘ ਦੀ ਬੁੱਧੀ ਹੈਰਾਨ ਤੇ ਬਹੁਤ ਅਚਰਜ ਹੋ ਗਈ। ਸਤ ਬਰਨ ਕੇ ਬਸਤਰ ਬਰ ਪੂਰਬ ਦਿਖ ਰਾਏ। ਉਹ ਸੀ ਸ਼ਹੀਦ ਸਿੰਘ। ਸਭ ਤੋਂ ਪਹਿਲਾਂ ਉਹਨੇ ਆਪਦੇ ਚਿੱਟੇ ਬਸਤਰ ਦਿਖਾਉਣਾ ਕੀਤੇ, ਜਿਹੜੇ ਸ਼ਾਂਤਮਈ ਭਗਤੀ ਭਾਵ ਵਾਲੇ ਹੋਣ ਉਹ ਬਸਤਰ ਚਿੱਟੇ ਪਹਿਨਦੇ ਨੇ, ਤੇ ਜਦੋਂ ਵੀਰ ਅਸੀਂ ਹੋਵੇ ਸੁਭਾਅ ਉਦੋਂ ਕੇਸਰੀ ਬਾਣਾ ਤੇ ਗਾੜਾ ਨੀਲਾ ਪਹਿਨਦੇ ਹਨ। ਹੋਰ ਪੀਤ ਪਨ ਸ਼ਾਮ ਕਾਰਨ ਜਬੇਸ ਬਣਾਏ। ਪਹਿਲਾਂ ਤਾਂ ਸਿੰਘ ਨੇ ਆਪਦੇ ਚਿੱਟੇ ਬਸਤਰ ਦਿਖਾਏ, ਫਿਰ ਇੱਕਦਮ ਹੀ ਉਹਨੇ ਅੱਖ ਜੀ ਝਮਕੀ ਤੇ ਉਹਨੂੰ ਕੇਸਰੀ ਬਾਣਾ ਦਿਖਿਆ ਸਿੰਘ ਦੇ ਪਾਇਆ। ਫਿਰ ਉਹਨੇ ਅੱਖ ਝਮਕੀ ਤੇ ਕਾਲੇ ਬਸਤਰ ਉਹਨੂੰ ਦਿਖਾਈ ਦਿੱਤੇ। ਹਰਣ ਵਰਣ ਪਹਿਰਣ ਕਰੇ, ਵੱਡ ਛੋਟ ਬਨੰਤਾ। ਅਤੇ ਫਿਰ ਉਹਨੂੰ ਲਾਲ ਰੰਗ ਦੇ ਵਸਤਰ ਪਹਿਨੇ ਹੋਏ ਦਿਖੇ। ਫਿਰ ਆਪਣੇ ਆਪ ਨੂੰ ਉਹ ਵੱਡਾ ਛੋਟਾ ਬਣਾਉਂਦਾ ਦਿਖਿਆ, ਕਦੀ ਤਾਂ ਉਹ ਬੜਾ ਵੱਡਾ ਦਿਖੇ, ਕਦੀ ਉਹ ਛੋਟਾ ਜਿਹਾ ਦਿਖੇ। ਨਰ ਸਮ ਹੋਏ ਆਇਓ ਨਿਕਟ, ਪੁਨ ਫਤਿਹ ਬੁਲੰਤਾ। ਫਿਰ ਮਨੁੱਖਾਂ ਵਾਲੇ ਆਕਾਰ ਵਾਲਾ ਬਣ ਕੇ ਉਹ ਭਾਈ ਧਰਮ ਸਿੰਘ ਦੇ ਕੋਲ ਆਇਆ ਤੇ ਆਖਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਮ ਸਿੰਘ ਥਿਰ ਹੋਏ ਮਿਲਿਓ, ਧਰ ਪ੍ਰੇਮ ਵਿਸਾਲਾ। ਤਾਂ ਭਾਈ ਧਰਮ ਸਿੰਘ ਖੜਾ ਹੋ ਕੇ
ਵਿਸ਼ਾਲ ਪ੍ਰੇਮ ਧਾਰ ਕੇ ਉਹ ਸਿੰਘ ਨੂੰ ਮਿਲਿਆ। ਸ਼ਕਤਵੰਤ ਪੁਨ ਗੁਰੂ ਸਿੱਖ ਬੋਲਿਓ ਤਿਸ ਕਾਲਾ। ਫਿਰ ਉਹ ਜਿਹੜਾ ਸ਼ਹੀਦ ਸ਼ਕਤੀਮਾਨ ਗੁਰੂ ਜੀ ਦਾ ਸਿੱਖ ਸੀ ਉਸ ਸਮੇਂ ਬੋਲਿਆ ਕਿ ਤੂੰ ਅੱਗੇ ਦੱਸਦੇ ਨੇ। ਖਰਿਓ ਭਇਓ ਕਿਮ ਚਲਤ ਨ ਗਮਨ ਕਿਸ ਥਾਨਾ। ਤੂੰ ਖੜਾ ਕਿਉਂ ਹੈ, ਚੱਲਦਾ ਕਿਉਂ ਨਹੀਂ ਹੈ, ਕਿਸ ਸਥਾਨ ਦੇ ਜਾ ਰਿਹਾ ਹੈ। ਸੁਨ ਭਾਈ ਬੋਲਿਓ ਤਬੈ ਸਤਿਗੁਰ ਟਿਕ ਜਾਨਾ। ਇਹ ਸੁਣ ਕੇ ਭਾਈ ਧਰਮ ਸਿੰਘ ਬੋਲਿਆ ਕਿ ਮੈਂ ਸਤਿਗੁਰੂ ਜੀ ਦੇ ਪਾਸ ਜਾ ਰਿਹਾ ਹਾਂ। ਸਾਥ ਅਗਾਰੀ ਸਭ ਗਇਓ ਤੁਝ ਪਿਖ ਥਿਰ ਹੋਵਾ। ਜਿਹੜਾ ਮੇਰਾ ਸਾਥ ਸੀਗਾ ਉਹ ਕਾਫੀ ਅੱਗੇ ਚਲਾ ਗਿਆ ਤੇ ਮੈਂ ਪਿੱਛਾ ਭੌਂਕੇ ਵੇਖਿਆ ਕਿ ਕੋਈ ਸਿੱਖ ਮੇਰੇ ਵਾਂਗੂ ਪਿੱਛੇ ਰਿਹਾ ਹੋਵੇ ਤੇ ਆਪਾਂ ਇਕੱਠੇ ਚੱਲਦੇ ਹਾਂ ਤਾਂ ਮੈਂ ਤੈਨੂੰ ਦੇਖਿਆ। ਆਪਨ ਪ੍ਰਸੰਗ ਬਤਾਈਏ ਬੜ ਅਚਰਜ ਜੋਵਾ। ਤੂੰ ਆਪ ਦਾ ਪ੍ਰਸੰਗ ਦੱਸ, ਮੈਂ ਤੈਨੂੰ ਬੜਾ ਆਸ਼ਚਰਜ ਰੂਪ ਦੇ ਵਿੱਚ ਵੇਖਿਆ। ਤੂੰ ਕੌਣ ਹੈ? ਸ਼ਕਤਵੰਤ ਅਰ ਸਿੱਖ ਗੁਰਨ ਕਿਤ ਕੇ ਚਲ ਆਇਓ। ਤੂੰ ਜਾਪਦਾ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹੈ ਤੇ ਤੇਰੇ ਵਿੱਚ ਬੜੀ ਸ਼ਕਤੀ ਜਾਪਦੀ ਹੈ। ਤੂੰ ਕਿੱਥੋਂ ਚੱਲ ਕੇ ਆਇਆ ਹੈ? ਪਹੁੰਚੋਗੇ ਕਿਸ ਥਲ ਵਿਖੇ ਸਭ ਦੇਹੋ ਬਤਾਇਓ। ਤੂੰ ਬੜਾ ਸ਼ਕਤੀਸ਼ਾਲੀ ਹੈ ਤੇ ਕਿਸ ਸਥਾਨ ਦੀ ਤੂੰ ਪਹੁੰਚੇਗਾ, ਮੈਨੂੰ ਸਾਰੀ ਗੱਲਬਾਤ ਦੱਸ। ਤਬ ਸ਼ਹੀਦ ਸਿੰਘ ਕਹਿਤ ਪਾ ਸੁਣੀਏ ਸ਼ੁਭ ਭਾਈ। ਤਦੋਂ ਉਹ ਸਿੰਘ ਸ਼ਹੀਦ ਸਿੰਘ ਸੀਗਾ, ਕਹਿਣ ਲੱਗਾ ਹੇ ਭਾਈ ਧਰਮ ਸਿੰਘ ਸੁਣਨਾ ਕਰ। ਸਦੋ ਰੂਪਾ ਤੁਮ ਵੱਡੇ ਗੁਰ ਸੇਵਕ ਮਾਈ। ਜੋ ਤੁਹਾਡੇ ਪਿਓ ਦਾਦੇ ਵੱਡੇ ਵਡੇਰੇ ਭਾਈ ਸਾਧੂ ਜੀ ਤੇ ਭਾਈ ਰੂਪਾ ਜੀ ਜਿਨ੍ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਬਹੁਤ ਭਾਰੀ ਸੇਵਾ ਕਮਾਈ। ਸਿੱਖ ਜਾਨ ਦੀਨ ਸਦਰਸ ਵਿਚਰਤ ਸਭ ਦੇਸਾ। ਮੈਂ ਤੈਨੂੰ ਗੁਰੂ ਜੀ ਦਾ ਸਿੱਖ ਜਾਣ ਕੇ ਦਰਸ਼ਨ ਦਿੱਤੇ ਨੇ ਤੇ ਆਪਾਂ ਦੇਸਾਂ ਵਿਦੇਸ਼ਾਂ ਦੇ ਵਿੱਚ ਵਿਚਰਦੇ ਹਾਂ। ਇਹ ਗੱਲ ਸੱਚੀ ਹੈ। ਸਾਡੇ ਇੱਕ ਨੇਪਾਲੀ ਸਿੰਘ ਹੁੰਦਾ ਸੀਗਾ, ਹਿੰਦੀ ਜੀ ਬੋਲਦਾ ਹੁੰਦਾ ਤੇ ਉਹਨੇ ਚੰਗਾ ਤਿਆਰ ਹੋ ਕੇ ਪਹਿਰੇ ਤੇ ਡਿਊਟੀ ਲਾਣੀ। ਉਹਦੀ ਸਾਰੀ ਰਾਤ ਉਹਨੇ ਤੁਰੇ ਫਿਰਦੇ ਰਹਿਣਾ ਬਰਸ਼ਾ ਫੜ ਕੇ, ਵੱਡੀ ਕਿਰਪਾਨ ਪਾ ਕੇ, ਤੇ ਹਰੇਕ ਐਤਵਾਰ 5 ਪਿਆਰਿਆਂ ਕੋ ਆ ਕੇ ਖੜ ਜਾਣਾ। ਆਪਾਂ ਵੇਖ ਕੇ ਹੱਸਣਾ ਵੀ ਲੈ ਆ ਗਿਆ। ਪੁੱਛਣਾ ਹਾਂ ਨੇਪਾਲੀ ਸਿੰਘ ਕੀ ਗੱਲ ਹੈ? ਨਿੱਕੀਆਂ ਨਿੱਕੀਆਂ ਗੱਲਾਂ ਉਹਨੇ ਕਰਨੀਆਂ। ਤੇ ਜਦ ਉਹਨੂੰ ਬਹੁਤ ਆਖਿਆ ਵੀ ਤੂੰ ਛੋਟੀ ਛੋਟੀ ਗੱਲ ਤੋਂ ਅੰਮ੍ਰਿਤ ਕੋਈ ਏਡਾ ਨਿੱਕੀ ਚੀਜ਼ ਥੋੜ੍ਹਾ ਵੀ ਜਿਹੜਾ ਟੁੱਟ ਜਾਏ। ਤੂੰ ਚੌਥੇ ਕੁ ਦਿਨ ਸਦਾਈ ਕਰਾਉਣਾ ਵੀ ਕਾਰਨ ਕੀ ਹੈ? ਕਹਿਣ ਲੱਗਾ ਵੀ ਜੇ ਸੱਚ ਪੁੱਛਦੇ ਹੋ ਮੈਨੂੰ ਸ਼ਹੀਦ ਸਿੰਘਾਂ ਦੇ ਦਰਸ਼ਨ ਹੁੰਦੇ ਨੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੇ ਜਦ ਮੈਂ ਕੋਈ ਘਾਟਾ ਵਾਧਾ ਖਾ ਪੀ ਲੈਣਾ ਅੰਦਰੋਂ ਬਾਹਰੋਂ ਤੇ ਮਰਜ਼ਾਦਾ ਤੋਂ ਢਿੱਲ ਮੱਠ ਹੋ ਜਾਂਦੀ ਹੈ, ਉਦੋਂ ਮੈਨੂੰ ਦਰਸ਼ਨ ਹੋਣੋਂ ਹਟ ਜਾਂਦੇ ਨੇ। ਮੇਰਾ ਦਿਲ ਘਟਦਾ ਵੀ ਮੈਨੂੰ ਸਿੰਘ ਕੋਈ ਮਿਲਿਆ ਕਿਉਂ ਨਹੀਂ। ਇਹ ਉਹਨੇ ਆਪ ਦੀ ਅਵਸਥਾ ਦੱਸੀ। ਇੱਥੇ ਤੁਹਾਡੇ ਕੋਲ ਹੀ ਖੱਬੇ ਪਾਸੇ ਕੋਠੀਆਂ ਬਣੀਆਂ ਨੇ ਤੇ ਕਾਫੀ 4-5 ਸਾਲ ਪਹਿਲਾਂ ਦੀ ਗੱਲ ਹੈ। ਕੋਈ ਕੋਠੀ ਬਣ ਰਹੀ ਸੀ, ਉਹ ਸਰਦਾਰ ਜੀ ਆਸਾ ਦੀ ਵਾਰ ਸੁਣਦੇ ਨੇ। ਉਹਨਾਂ ਮੈਨੂੰ ਇਹ ਸਾਖੀ ਸੁਣਾਈ। ਇੱਕ ਭਈਆ ਸੀਗਾ, ਮੈਂ ਸਿੱਖਾਂ ਦੀ ਗੱਲ ਨਹੀਂ ਸੁਣਾ ਰਿਹਾ, ਨੇਪਾਲੀ ਦੀ ਤੇ ਭਈਏ ਦੀ। ਇਹ ਹੁਣ ਅਸੀਂ ਆਪਾਂ ਵੇਖਣਾ ਹੈ ਵੀ ਸਾਡੀ ਸ਼ਰਧਾ ਕਿੰਨੀ ਕੁ ਹੈ। ਜੇ 7 ਬਗਾਨਿਆਂ ਦੀ ਕਿਰਪਾ ਹੋ ਸਕਦੀ ਹੈ ਤੇ ਸਾਡੇ ਤੇ ਕਿਉਂ ਨਹੀਂ ਹੋ ਸਕਦੀ। ਉਹ ਭਈਆ ਸੀਗਾ, ਭਈਆ ਕੋਠੀ ਦੇ ਵਿੱਚ ਰਾਖਾ ਰੱਖਿਆ ਸੀ। ਰਾਤ ਨੂੰ ਉਹਨੇ ਮੰਜਾ ਡਾ ਕੇ ਸੌਂ ਜਾਣਾ, ਦਿਨੇ ਮਾੜਾ ਮੋਟਾ ਪਾਣੀ ਪੂਣੀ ਲਾਈ ਜਾਣਾ, ਇੱਟਾਂ ਉੱਟਾਂ ਗਿੱਲੀਆਂ ਕਰੀ ਜਾਣੀਆਂ। ਤੇ ਉਹ ਕਹਿੰਦੇ ਵੀ 3 ਵਜੇ ਉੱਠ ਕੇ ਬਹਿ ਜਾਂਦਾ। ਇੱਕ ਦਿਨ ਕਹਿੰਦਾ ਮੈਨੂੰ ਪੁੱਛਣ ਲੱਗਾ, ਕਹਿੰਦੀ ਸਰਦਾਰ ਜੀ ਤੇ ਮੇਰੇ ਨਾਲ ਇੱਕ ਕੌਤਕ ਹੋਇਆ ਹੈ। ਜਦੋਂ ਵੀ ਗੁਰਦੁਆਰੇ ਦਾ ਸਪੀਕਰ ਲੱਗਣਾ, ਕਹਿੰਦਾ ਮੈਨੂੰ ਸੁਤੇ ਸਿੱਧ ਜਾਗ ਆ ਜਾਂਦੀ ਤੇ ਮੈਂ ਨਿਤਨੇਮ ਸੁਣਨਾ ਤੇ 100 ਗੱਲਬਾਤ ਵਾਧਾ ਘਾਟਾ
ਉਹ ਰੱਬ ਜਾਣੇ ਕਿਵੇਂ ਆਇਆ, ਕਿਵੇਂ ਲੰਘਣ ਲੱਗਾ, ਕੁਦਰਤ ਭਗਵਾਨ ਦੀ, ਇਹ ਵੀ ਮਹਾਰਾਜ ਦੇ ਹੁਕਮ ਜੀ ਹੈ। ਉਹ ਗੇਟ ਤੋਂ ਮਾੜੀ ਮੋਟੀ ਰੋਕ ਟੋਕ ਹੋ ਗਈ ਹੋਊਗੀ। ਤੇ ਕਹਿੰਦਾ ਵੀ ਫਿਰ ਮੈਂ ਆਪਦੇ ਉੱਥੇ ਘਰ ਹੀ ਬੈਠੇ ਰਹਿਣਾ, ਉੱਥੇ ਕੋਠੀ ਜੀ ਮੈਂ ਆਉਣਾ ਬੰਦ ਕਰਤਾ। ਸਿੰਘ ਆਏ 3 ਵਜੇ, ਸੁੱਤਾ ਪਿਆ ਘੋੜਿਆਂ ਦੇ, ਤੇ ਮੈਨੂੰ ਕਹਿੰਦੇ ਵੀ ਹਾਂ ਬਈ ਦੱਸ। ਤੇ ਹੁਣ ਤੇਰੇ ਦਰਸ਼ਨ ਹੀ ਨਹੀਂ ਹੁੰਦੇ, ਕਦੀ ਆਉਂਦਾ ਹੀ ਨਹੀਂ। ਨੀਲਾ ਬਾਣਾ ਕਹਿੰਦੇ ਘੋੜਿਆਂ ਦੇ ਚੜ੍ਹੇ ਹੋਏ। ਤੇ ਨਿਹੰਗ ਸਿੰਘ ਉਹਨੇ ਦੱਸਿਆ ਵੀ ਇਸ ਤਰ੍ਹਾਂ ਦੇ ਬਾਣੇ। ਉਹ ਗੁਰੂ ਘਰੋਂ ਕਹਿੰਦੇ ਆਏ, ਉਹ ਜਿਹੜਾ ਪਰਲਾ ਮੱਝਾਂ ਵਾਲਾ ਗੇਟ ਕਹਿੰਦੇ ਮੈਂ ਵੇਖਿਆ, ਪਹਿਲਾਂ ਸਾਰਾ ਖਾਲੀ ਹੁੰਦਾ ਸੀਗਾ, ਵੀ ਵਾਪਸ ਘੋੜੇ ਉੱਧਰ ਦੀ ਵੀ ਬੜੇ ਨੇ ਅੰਦਰ। ਤੇ ਮੈਨੂੰ ਕਹਿੰਦੇ ਆਇਆ ਕਰ, ਵੀ ਹੁਣ ਕੁਛ ਨਹੀਂ ਹੁੰਦਾ। ਕਹਿੰਦੇ ਉਹ ਦਿਨ ਜਾਵੇ ਅੱਜ ਦਾ ਇਹ, ਮੈਨੂੰ ਨਹੀਂ ਕਿਸੇ ਰੋਕਿਆ। ਤੇ ਉਹ ਜਿਹਨੇ ਰੋਕਿਆ ਸੀ ਉਹ ਕੁਦਰਤ ਭਗਵਾਨ ਦੀ ਉਹਦੀ ਛੁੱਟੀ ਹੋ ਗਈ। ਤੇ ਬਚਨ ਉਹਨੇ ਸੁਣਾਇਆ। ਤੋ ਇਸ ਲਈ ਕੋਈ ਸੱਤ ਬਗਾਨਾ ਵੀ ਸ਼ਰਧਾ ਕਰੇ ਤੇ ਮਹਾਰਾਜ ਉਹਨੂੰ ਵੀ ਉੱਡ ਕੇ ਮਿਲਦਾ ਹੈ। ਜਿਹੜੇ ਆਪਦੇ ਨੇ ਗੁਰੂ ਸਾਹਿਬ ਦੇ, ਉਹਨਾਂ ਦੀ ਕਿਉਂ ਨਹੀਂ ਕਿਰਪਾ ਹੋਊਗੀ। ਮੈਂ ਇੱਥੇ ਨਵਾਂ ਨਵਾਂ ਆਇਆ, ਮੇਰੀ ਜਾਣਕਾਰੀ ਨਹੀਂ ਸੀਗੀ। ਹੁਣ ਜਾਣ ਆਉਣਾ ਤੇ ਪੈਂਦਾ ਹੀ ਹੈ। 5 ਕੁ ਦਿਨ ਛੁੱਟੀ ਤੇ ਇਹ ਗਿਆਨੀ ਸਿੰਘ ਇੱਥੇ ਬੁਲਾਇਆ, ਨਿਹੰਗ ਸਿੰਘਾਂ ਦੇ ਬਾਣੇ ਗਿਆਨੀ ਬਲਕਾਰ ਸਿੰਘ ਮੰਜੀ ਸਾਹਿਬ ਤੋਂ ਵੀ ਲਾਈਵ ਕਥਾ ਉਹਨਾਂ ਕੀਤੀ ਅੰਮ੍ਰਿਤ ਵੇਲੇ। ਜਦੋਂ ਦਾ ਮੈਂ ਉਹਨਾਂ ਦੇ ਦਰਸ਼ਨ ਕਰਦਾ ਹਾਂ, 2:30 ਵਜੇ ਉੱਠਣ ਦਾ ਉਹਨਾਂ ਦਾ ਨਿਤਨੇਮ ਹੈ। ਅੱਜ ਵੀ ਉਸੇ ਤਰ੍ਹਾਂ ਹੀ ਹੈ। 2:30 ਵਜੇ ਉੱਠ ਕੇ ਬੈਠ ਜਾਂਦੇ ਤੇ 51 ਜਪਜੀ ਸਾਹਿਬ ਦੇ ਪਾਠ ਡੇਲੀ ਕਰਦੇ। ਇੰਗਲਿਸ਼ ਦੀ MA ਕੀਤੀ, ਗ੍ਰਸਤੀ ਤੇ ਕਥਾਵਾਚਕ। ਉਹ ਤੀਜੇ ਕੁ ਦਿਨ ਮੈਂ ਫੋਨ ਚਲਾ ਗਿਆ, ਕਹਿੰਦੇ ਤੂੰ ਆਉਣਾ ਕਦੋਂ ਆ ਬਈ? ਮੈਂ ਕੀ ਹੋਇਆ, ਜੀ ਨਹੀਂ ਲੱਗਦਾ? ਕਹਿੰਦੇ ਮੈਂ ਤੇ ਬੜਾ ਔਖਾ ਹਾਂ। ਮੈਂ ਕਿਹਾ ਕੀ ਹੋਇਆ? ਕਹਿੰਦੇ ਵੀ ਇੱਕ ਤਾਂ ਜਦੋਂ 10 ਵਜਦੇ ਨੇ ਤੇ 10 ਵਜੇ ਵਾਲੇ ਜੀ 10 ਵਜੇ ਵਾਲੇ, ਜਦ 12 ਵਜਦੇ ਨੇ ਫਿਰ ਦਗੜਦੀ ਮਗੜਦੀ 12 ਵਜੇ ਵਾਲੇ 12 ਵਜੇ ਵਾਲੇ। ਹੁਣ 15 ਬੰਦੇ ਬਹਿਣੇ ਨੇ, ਇਕੱਲੇ ਇਕੱਲੇ ਨੂੰ ਬੰਦਾ ਜਗਾਊਗਾ ਤੇ 2 ਘੰਟੇ ਤਾਂ ਊਂ ਹੀ ਲੱਗ ਜਾਣਗੇ। ਪਹਿਰੇਦਾਰ ਨੇ ਰੌਲਾ ਹੀ ਪਾਉਣਾ ਵੀ ਜਿਹਦੀ 12 ਵਜੇ ਭਾਈ ਉੱਠ ਕੇ ਜਾਓ। ਉਹ ਮਾੜਾ ਜਿਹਾ ਅੱਖ ਲੱਗਦੀ ਤੇ ਇਸ ਤਰ੍ਹਾਂ, ਤੇ ਜਦ ਮਾੜੀ ਜਿਹੀ ਅੱਖ ਲੱਗਦੀ ਤੇ ਮੈਨੂੰ ਹੁੱਜਾਂ ਪੈਂਦੀਆਂ ਨੇ ਵੀ ਤੂੰ ਇੱਥੇ ਸੌਣਾ ਆ, ਉੱਠਦਾ ਕਿਉਂ ਨਹੀਂ ਹੋਇਆ? ਚੱਲ ਉੱਠ ਕੇ ਟੂਟੀਆਂ ਤੇ ਜਾ ਕੇ ਨਹਾ। ਕਹਿੰਦੇ ਦਿਨੇ ਵੀ ਤੇ ਰਾਤ ਵੀ ਇਸ ਤਰ੍ਹਾਂ ਹੀ ਲੰਘ ਜਾਂਦੀ, ਮੈਨੂੰ ਤਾਂ ਸੌਣਾ ਹੀ ਨਹੀਂ ਮਿਲ ਰਿਹਾ ਤੇ ਮੈਨੂੰ ਤਾਂ ਬੜਾ ਡਰ ਲੱਗ ਰਿਹਾ। ਕਹਿੰਦੇ ਤੈਨੂੰ ਨਹੀਂ ਕੁਛ ਹੁੰਦਾ? ਤੇ ਮੈਂ ਉਹਨੂੰ ਬੇਨਤੀ ਕੀਤੀ ਵੀ ਜਿਹੜੇ ਚੰਗੇ ਬੰਦੇ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀ ਕਿਰਪਾ ਕਰਦੇ ਨੇ। ਤੋ ਇਸ ਵਾਸਤੇ ਕਹਿੰਦਾ ਬੜੀ ਬਾਣੀ ਪੜ੍ਹਾਈ ਸ਼ਹੀਦਾਂ ਨੇ, ਸੌਣ ਹੀ ਨਹੀਂ ਦਿੱਤਾ। ਮਾੜਾ ਜਿਹਾ ਢੋਲ ਲੱਗਣੀ, ਅੱਖ ਝਮਕਣੀ ਤੇ ਉਸੇ ਵੇਲੇ ਆਵਾਜ਼ ਪੈਣੀ ਵੀ ਉੱਠ ਪਾਠ ਕਰ। ਤੇ ਇਸ ਵਾਸਤੇ ਖਾਸ ਕਰਕੇ ਜਿੱਥੇ ਕੋਈ ਸ਼ਹੀਦ ਹੋਇਆ ਹੋਵੇ ਉੱਥੇ ਉਹਦਾ ਪਹਿਰਾ ਹੁੰਦਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਬਤ ਇਸ ਸਿੰਘ ਨੇ ਦੱਸਿਆ ਵੀ ਤੂੰ, ਤੇਰੀ ਕੁਲ ਦੇ ਮੈਂਬਰ ਗੁਰੂ ਸਾਹਿਬ ਦੇ ਸ਼ਰਧਾਲੂ ਨੇ। ਆਪਾਂ ਉਂਝ ਨਹੀਂ ਕਿਸੇ ਨੂੰ ਮਿਲਦੇ, ਜਿਹੜਾ ਗੁਰੂ ਸਾਹਿਬ ਦਾ ਪਿਆਰ ਵਾਲਾ ਹੋਵੇ ਅਸੀਂ ਉਹਨੂੰ ਦਰਸ਼ਨ ਦਿੰਦੇ ਹਾਂ। ਸਿੱਖ ਜਾਣਦੇ ਨਸ ਦਰਸ ਵਿਚਰਤ ਸਭ ਦੇਸਾ। ਮੈਂ ਸਿੱਖ ਜਾਣ ਕੇ ਤੈਨੂੰ ਦਰਸ਼ਨ ਦਿੰਦੇ ਨੇ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅਸੀਂ ਵਿਚਰਦੇ ਹਾਂ। ਗੁਰਦੁਆਰਾ ਗੁਰੂਸਰ ਮਹਿਰਾਜ ਨਗਰ ਦੀਆਂ ਕਾਫੀ ਪੰਚਾਇਤਾਂ ਨੇ। ਕੈਪਟਨ ਅਮਰਿੰਦਰ ਸਿੰਘ ਦਾ ਵੀ ਨਗਰ ਹੈ। ਉੱਥੇ ਗੁਰੂ ਹਰਗੋਬਿੰਦ ਸਾਹਿਬ ਨੇ ਜੰਗ ਲੜਿਆ ਤੇ ਉੱਥੇ ਵੀ ਮਹਾਰਾਜ ਦੀ ਕਿਰਪਾ ਹੈ, ਸ਼ਹੀਦਾਂ ਦਾ ਪਹਿਰਾ ਹੈ। ਸਦਾ ਗੁਰ ਕੇ ਨਿਕਟ ਗਨ ਬਲੀ ਵਿਸ਼ੇਸਾ। ਸਾਡੇ ਵਰਗੇ ਅਨੇਕਾਂ ਹੀ ਪਵਿੱਤਰ ਆਤਮਾਵਾਂ ਰੂਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਸੱਜੇ ਖੱਬੇ ਹਮੇਸ਼ਾ ਪਹਿਰੇ ਤੇ ਖੜੀਆਂ ਰਹਿੰਦੀਆਂ ਨੇ। ਸੋ ਜਿੱਥੇ ਗੁਰੂ ਸਾਹਿਬ ਦਾ ਪਾਵਨ ਸਰੂਪ ਹੈ, 25 ਸਿੰਘਾਂ ਦਾ ਪਹਿਰਾ ਹੁੰਦਾ ਸੀਗਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਵੀ ਸ਼ਹੀਦੀ ਰੂਹਾਂ ਪਹਿਰੇ ਤੇ ਹਨ, ਪਰ ਗੁਰੂ ਸਾਹਿਬ ਦੇ ਹੁਕਮ ਤੋਂ ਬਗੈਰ ਕੋਈ ਕਾਰਜ ਨਹੀਂ ਕਰ ਸਕਦੀਆਂ। ਹਮ ਸ਼ਹੀਦ ਲੱਖ ਹੋ ਫਿਰੈ ਬੜ ਸਮਰੱਥ ਧਾਰੀ। ਮੈਂ ਇਕੱਲਾ ਹੀ ਨਹੀਂ ਹਾਂ,
ਮੇਰੇ ਨਾਲ ਦੇ ਲੱਖਾਂ ਹੀ ਸ਼ਹੀਦ ਨੇ ਕਿ ਜੋ ਬੜੀ ਸਮਰੱਥਾ ਵਾਲੇ ਹਨ। 5000 ਸੋ ਖਾਸ ਕੀ ਰਹਿ ਵਾਰੋ ਵਾਰੀ। ਮੈਂ 25 ਆਖਿਆ ਤੇ ਹੁਣ ਇਹ 5000 ਦੀ ਗਿਣਤੀ ਆ ਰਹੀ ਹੈ ਵੀ ਵਾਰੋ ਵਾਰੀ 5-5 ਦਾ ਜਥਾ ਗੁਰੂ ਗੋਬਿੰਦ ਸਿੰਘ ਦੇ ਸੱਜੇ ਖੱਬੇ ਅੱਗੇ ਪਿੱਛੇ ਦਿਨੇ ਤੇ ਰਾਤ ਪਹਿਰਾ ਦਿੰਦਾ ਹੈ। ਕੀ ਦੇਤ ਪ੍ਰਸੰਕ ਕੀ ਨਿਸ ਦਿਨ ਗੁਰ ਕੇਰੀ। ਦਿਨ ਰਾਤ ਮਹਾਰਾਜ ਦੇ ਪਲੰਗੇ ਦੀ ਚੌਂਕੀ ਭਰਦਾ ਹੈ। ਕਈ ਜਿਹੜੇ ਤਰਕਸ਼ੀਲ ਨੇ ਉਹ ਨਿਸ਼ਾਨ ਸਾਹਿਬ ਨੂੰ ਮੱਥਾ ਨਹੀਂ ਟੇਕਦੇ। ਗੁਰੂ ਗ੍ਰੰਥ ਸਾਹਿਬ ਦੀ ਬਾਬਤ ਆਪਾਂ ਕੁਝ ਕਹਿ ਹੀ ਨਹੀਂ ਸਕਦੇ। ਤਾਂ ਸਾਡੇ ਪਾਤਸ਼ਾਹ ਗੁਰੂ ਸਾਹਿਬ ਨੇ ਜਿੱਥੇ ਨਿਸ਼ਾਨ ਸਾਹਿਬ ਹੈ ਇੱਥੇ ਵੀ ਸ਼ਹੀਦਾਂ ਰੂਹਾਂ ਦਾ ਪਹਿਰਾ ਹੁੰਦਾ। ਕਈ ਕਹਿੰਦੇ ਤਾਂ ਬੁੱਤ ਪ੍ਰਸਤੀ ਹੈ ਜੀ। ਉਹਨਾਂ ਲੋਕਾਂ ਵਾਲਿਆਂ ਨੂੰ ਕੁਛ ਪਤਾ ਨਹੀਂ ਹੈ। ਤੁਸੀਂ ਰਾਤ ਆ ਕੇ ਵੇਖਿਓ। ਏਕ ਸਿੰਘ ਉੱਚੀ ਚੌਪਈ ਸਾਹਿਬ ਦਾ ਪਾਠ ਪੜ੍ਹਦਾ ਹੁੰਦਾ, ਸ਼ਰਧਾਲੂ ਪ੍ਰੇਮੀ ਸ਼ਹਿਰ ਤੋਂ ਆਉਂਦਾ। ਸਿੰਘਾਂ ਦੇ ਨਾਲ ਇੱਕ ਕੁੱਤਾ ਵੀ ਜਕਾਰੇ ਛੱਡਦਾ ਜਦ ਧਵਾਈ ਸੇਵਾ ਕਰਦੇ। ਸਾਡੇ ਇੱਕ ਸਿੰਘ ਸੀ, ਉਹਦਾ ਨਾਮ ਮਸਤਾਨਾ ਪਾਇਆ ਸੀ। ਉਹਨੇ ਸੋਚਿਆ ਵੀ ਕਦੀ ਸ਼ਹੀਦਾਂ ਦੇ ਦਰਸ਼ਨ ਨਹੀਂ ਹੋਏ, ਸੁਣੇ ਤਾਂ ਹਨ। ਇਸ ਭਾਵਨਾ ਨੂੰ ਲੈ ਕੇ ਉਹਨੇ ਚੰਡੀ ਦੀ ਵਾਰ ਪੜ੍ਹਨੀ ਸ਼ੁਰੂ ਕਰ ਦਿੱਤੀ ਤੇ ਭਗਉਤੀ ਸਤੋਤਰ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ। ਇੱਕ ਦਿਨ ਉਹਦੀ ਜ਼ਬਾਨ ਤੇ ਚੜਿਆ ਹੋਇਆ ਸੀ ਭਗਉਤੀ ਸਤੋਤਰ, ਜ਼ਬਾਨੀ ਯਾਦ ਹੋ ਗਿਆ। ਅੰਮ੍ਰਿਤ ਵੇਲੇ ਕਹਿੰਦਾ ਕਥਾ ਦਾ ਭੋਗ ਪਿਆ ਤੇ ਮੈਂ ਪ੍ਰਸ਼ਾਦ ਛਕਦੇ ਬਾਹਰ ਨੂੰ ਆਇਆ ਤੇ ਉਹ ਜਿਹੜੇ ਘਿਓ ਵਾਲੇ ਹੱਥ ਹੁੰਦੇ ਨੇ ਪ੍ਰਸ਼ਾਦ ਵਾਲੇ, ਉਹ ਧੋ ਕੇ ਤੇ ਫਿਰ ਸੇਵਾ ਕਰਨੀ ਚਾਹੀਦੀ ਹੈ। ਮੇਰਾ ਧਿਆਨ ਉਟਕ ਗਿਆ। ਮੈਂ ਭਗਉਤੀ ਸਤੋਤਰ ਪੜ੍ਹਨ ਲੱਗ ਪਿਆ। ਨਿਸ਼ਾਨ ਸਾਹਿਬ 'ਚ ਧਿਆਨ ਚਲਾ ਗਿਆ। ਉਹ ਥੜੇ ਤੇ ਉਹ ਮੈਂ ਜੂਠੇ ਹੱਥ ਲਾਤੇ ਪ੍ਰਸ਼ਾਦ ਵਾਲੇ, ਨਾਲੇ ਹੱਥ ਲਾਏ ਤੇ ਨਾਲੇ ਭਗਉਤੀ ਸਤੋਤਰ ਪੜ੍ਹਿਆ ਤੇ ਮਗਰੋਂ ਮੈਨੂੰ ਹੁੱਜ ਪਈ। ਧੱਕਾ ਜਾਓ ਕਮਲਿਆ, ਹੱਥ ਤੇ ਧੋਲਾ ਲਾ ਕਿੱਥੇ ਰਿਹਾ ਤੇ ਤੂੰ ਪੜ੍ਹ ਕੀ ਰਿਹਾ, ਚੱਲ ਜਾ ਕੇ ਚੁਲੀ ਕਰ। ਕਹਿੰਦੇ ਮੈਂ ਇੰਨਾ ਘਬਰਾ ਗਿਆ, ਮੁੜ ਕੇ ਨਹੀਂ ਮੈਂ ਪੜ੍ਹਿਆ ਵੀ ਕਿਤੇ ਕੋਠੀ ਨਾ ਪਏ। ਤੋ ਇਸ ਵਾਸਤੇ ਚੰਗੇ ਨੂੰ ਹੀ ਸੁਧਾਰਦੇ ਹਨ। ਤੋ ਇਹ ਮਹਾਰਾਜ ਦੇ ਅਨੇਕਾਂ ਹੀ ਸਿੰਘ ਹਨ। ਅਪਰ ਸਰਬ ਅਨਸਾਰ ਰਹਿ ਪ੍ਰਭ ਘੇਟ ਗਹਿਰੀ। ਬਾਕੀ ਹੋਰ ਸਾਰੇ ਅਨੇਕਾਂ ਹੀ ਸ਼ਹੀਦ ਮਹਾਰਾਜ ਦੇ ਕੋਲ ਅਨੁਸਾਰੀ ਕਹਿੰਦੇ ਨੇ। ਜਿਵੇਂ ਆਗਿਆ ਉਚਰੈ ਗੁਰੂ ਕਰ ਹੈ ਤਤਕਾਲਾ। ਜਿਵੇਂ ਗੁਰੂ ਸਾਹਿਬ ਜੀ ਆਗਿਆ ਕਰਦੇ ਨੇ ਉਂਝ ਹੀ ਝਟਪਟ ਅਸੀਂ ਕਰਦੇ ਹਾਂ। ਤਿੰਨ ਵਿੱਚ ਕੇ ਤਿੰਨ ਵਿੱਚ ਤੇ ਇੱਕ ਮੈਂ ਆਹੋ ਸੁਨ ਸਿੱਖ ਬਿਸਾਲਾ। ਉਹਨਾਂ ਹਜ਼ਾਰਾਂ ਦੇ ਵਿੱਚੋਂ ਮੈਂ ਇੱਕ ਹਾਂ। ਹੇ ਗੁਰੂ ਕੇ ਸਿੱਖ ਸੁਣ। ਬੰਦਾ ਸਿੰਘ ਬਹਾਦਰ ਨੂੰ ਜਿਹੜੇ 5 ਤੀਰ ਮਾਰਨੇ ਦਿੱਤੇ ਸੀਗੇ, ਆਖਿਆ ਸੀ ਵੀ ਜਦੋਂ ਮੁਸ਼ਕਿਲ ਪਏ ਉਦੋਂ ਤੀਰ ਸਿੰਨ੍ਹਣਾ ਚਲਾਉਣਾ ਨਹੀਂ। ਜਦੋਂ ਉਹ ਤੀਰ ਸਿੰਨ੍ਹਦਾ ਸੀ ਤੇ ਲੱਖਾਂ ਹੀ ਸ਼ਹੀਦੀ ਫੌਜਾਂ ਆ ਕੇ ਲੜਾਈ ਕਰਨ ਲੱਗ ਪੈਂਦੀਆਂ ਸੀ। ਐਵੇਂ ਬੰਦੇ ਬਹਾਦਰ ਦੀ ਜਿੱਤ ਨਹੀਂ ਸੀ ਹੋਈ। ਧਰਮ ਸਿੰਘ ਕੇ ਭਰਮ ਔਰ ਪੂਰਬ ਬਹੁ ਤੇਰਾ। ਭਾਈ ਧਰਮ ਸਿੰਘ ਦੇ ਮਨ ਵਿੱਚ ਪਹਿਲਾਂ ਭਰਮ ਸੀਗਾ ਕਿ ਮਹਾਰਾਜ ਇਕੱਲੇ ਰਹਿ ਗਏ, ਇਹਨਾਂ ਦਾ ਖਜ਼ਾਨਾ ਲੁੱਟਿਆ ਗਿਆ, ਇਹਨਾਂ ਦੇ ਸਾਹਿਬਜ਼ਾਦੇ ਸ਼ਹੀਦ ਹੋ ਗਏ। ਉਹਦਾ ਸਾਰਾ ਹੀ ਭਰਮ ਖਤਮ ਹੋ ਗਿਆ। ਗੁਰ ਸਮਰੱਥ ਸਭ ਰੀਤ ਜੇ ਕਿਮ ਕੁਟੰਬ ਨਬੇਰਾ। ਉਹਦੇ ਮਨ 'ਚ ਇਹ ਸ਼ੰਕਾ ਸੀ ਕਿ ਜੇ ਗੁਰੂ ਜੀ ਸਰਬ ਸ਼ਕਤੀਮਾਨ ਨੇ ਤੇ ਆਪ ਦੇ ਟੱਬਰ ਨੂੰ ਤਾਂ ਬਚਾ ਨਹੀਂ ਸਕੇ, ਦੂਜਿਆਂ ਨੂੰ ਕੀ ਬਚਾਉਣਾ ਸੀਗਾ। ਇੰਜ ਇਹ ਭਰਮ ਸੀਗਾ। ਇੱਕ ਸੁੱਤ ਪੇ ਨਹ ਰੱਖ ਸਕੇ ਐਸ਼ਵਰਜ ਪੇ ਖੋਵਾ। ਇੱਕ ਵੀ ਪੁੱਤਰ ਨਹੀਂ ਰੱਖ ਸਕੇ। ਸਾਰੀ ਧਨ ਵਿਭੂਤੀ ਇਹਨਾਂ ਦੀ ਲੁੱਟੀ ਗਈ, ਮੁਸਲਮਾਨ ਲੈ ਗਏ ਲੁੱਟ ਕੇ। ਜੇ ਸ਼ਕਤੀਮਾਨ ਸੀਗੇ ਤਾਂ ਇੱਕ ਪੁੱਤ ਤਾਂ ਬਚਾਉਂਦੇ, ਕੁਝ ਨਾ ਕੁਝ ਤਾਂ ਬਚਾ ਕੇ ਰੱਖਦੇ। ਬੱਚੇ ਇਕਾਕੀ ਜਤਨ ਤੇ ਇਤ ਜੰਗਲ ਜੋਵਾ। ਜੇ ਇਕੱਲੇ ਬਚੇ ਨੇ ਤੇ ਭੱਜ ਭੁੱਜ ਕੇ ਜੰਗਲਾਂ ਦੇ ਵਿੱਚ ਦੀ ਆ ਕੇ ਬਚੇ ਹਨ। ਇਹ ਸੰਸੇ ਬੂਝਣ ਲਗਿਓ ਬਹੁ ਤੁਰਕ ਉਠੰਤਾ। ਇਹ ਸੰਸਾ ਪੁੱਛਣ ਲੱਗਾ ਬੜਾ ਤਰਕ ਕਰਕੇ। ਤਖਤਵੰਤ ਤੁਮ ਗਨ ਹੋਤੇ ਗੁਰ ਢਿੱਗ ਬਲਵੰਤਾ। ਕਹਿਣ ਲੱਗਾ ਵੀ ਤੁਸੀਂ ਇੰਨੇ ਸ਼ਕਤੀਮਾਨ ਗੁਰੂ ਜੀ ਦੇ ਕੋਲ ਰਹਿੰਦੇ ਹੋ ਤੇ ਮਹਾਰਾਜ ਦਾ ਕੁਝ ਬਚਾਇਆ ਕਿਉਂ ਨਹੀਂ ਤੁਸੀਂ? ਕੁਛ ਨਾ ਬਚਾਇਓ ਗੁਰੂ ਕੋ ਰਣ ਕੇਤਕ ਮਾਹੀ।
ਇੰਨੇ ਵੱਡੇ ਜੰਗ ਦੇ ਵਿੱਚ ਗੁਰੂ ਸਾਹਿਬ ਦਾ ਤੁਸੀਂ ਕੁਝ ਵੀ ਨਹੀਂ ਬਚਾਇਆ ਹੈ। ਪੁੱਤਰ ਆਦ ਐਸ਼ਵਰਜ ਸਭ ਬਿਨ ਸਿਉ ਰਹਿ ਨਾਹੀ। ਪੁੱਤਰ ਆਦਿਕ ਐਸ਼ਵਰਜ ਸਭ ਕੁਝ ਹੀ ਨਾਸ ਹੋ ਗਿਆ। ਇਸ ਮਹਿ ਕਾਰਨ ਕਵਨ ਪਾ ਮੋਹ ਅਦਕ ਸੰਦੇਹੂ। ਇਹਦੇ ਵਿੱਚ ਕੀ ਕਾਰਨ ਹੈ, ਇਹ ਮੈਨੂੰ ਸ਼ੰਕਾ ਹੈ। ਤੁਰਕ ਬਿਰੰਦ ਰਣ ਮੰਡ ਕਰ ਬੜ ਸੰਕਟ ਦੇਹੂ। ਕਿ ਬਹੁਤ ਜ਼ਿਆਦਾ ਤੁਰਕਾਂ ਨੇ ਵੱਡਾ ਯੁੱਧ ਕਰਕੇ ਰਣ ਖੇਤਰ 'ਚ ਗੁਰੂ ਜੀ ਨੂੰ ਸੰਕਟ ਦਿੱਤਾ ਹੈ। ਤਬ ਸ਼ਹੀਦ ਸਿੰਘ ਬਚ ਕਹਿਓ ਅਲਪਗ ਜੇ ਪ੍ਰਾਨੀ। ਤਦ ਸ਼ਹੀਦ ਸਿੰਘ ਨੇ ਬਚਨ ਕੀਤਾ ਕਿ ਜਿਹੜੇ ਤੁਸ਼ ਬੁੱਧੀ ਵਾਲੇ ਪ੍ਰਾਣੀ ਨੇ ਔਰ ਸਵਗ ਕੀ ਕ੍ਰਿਤ ਕੋ ਕਿਮ ਕ ਸਕੈ ਪਛਾਨੀ। ਉਹ ਸਰਬ ਸ਼ਕਤੀਮਾਨ ਦੇ ਸ੍ਰੇਸ਼ਟ ਬੁੱਧੀ ਵਾਲੇ ਗੁਰੂ ਜੀ ਦੀ ਕਿਰਤ ਨੂੰ ਕਿਵੇਂ ਪਹਿਚਾਨ ਸਕਦੇ ਨੇ। ਪ੍ਰਥਮ ਜਨਮ ਦੇਵੀ ਕਹਿਓ ਤਜ ਸੁਤਨ ਸੁਨੇਹਾ। ਇਹ ਵਾਹਿਗੁਰੂ ਵੱਲੋਂ ਗੁਰੂ ਮਹਾਰਾਜ ਜੀ ਨੂੰ ਹੁਕਮ ਸੀਗਾ ਕਿ ਧਰਮ ਚਲਾਵਣ ਤੇ ਸੰਤ ਉਬਾਰਨ। ਧਰਮ ਚਲਾਵਣ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ। ਯਾਹੀ ਕਾਜ ਤਰਾ ਹਮ ਜਨਮੰ ਸਮਝ ਲੇਹੋ ਸਾਧੂ ਸਭ ਮਨਮੰ। ਇਹਨਾਂ ਤੁਰਕਾਂ ਦੀਆਂ ਮਹਾਰਾਜ ਨੇ ਜੜ੍ਹਾਂ ਪੁੱਟਣੀਆਂ ਸਨ। ਹੁਣ ਤੁਰਕਨ ਕੀ ਜੜਾ ਬੜ ਛਿਤਰਾਜ ਵਿਸਾਲੇ। ਇਹਨਾਂ ਦਾ ਜੜ੍ਹਾਂ ਬੜੀਆਂ ਲੰਬੀਆਂ ਡੂੰਘੀਆਂ ਸੀ, ਬੜੇ ਪੁੰਨ ਸਨ, ਬੜਾ ਧਰਤੀ ਦਾ ਰਾਜ ਸੀਗਾ, ਐਵੇਂ ਥੋੜੋ ਖਤਮ ਹੋਣਾ ਸੀ। ਉਹ ਅਪਰਾਧ ਕਰਾਏ ਕਰ ਕਿਸ ਕੂਰ ਕੋ ਚਾਲੇ। ਇਹਨਾਂ ਬੜੇ ਅਪਰਾਧ ਕੀਤੇ, ਝੂਠੀਆਂ ਖੋਟੀਆਂ ਚਾਲਾਂ ਚੱਲੀਆਂ। ਤਿਨ ਕੋ ਤੇਜ ਵਿਨਾਸ਼ਨੇ ਐਸੀ ਕਿਰਤ ਠਾਨੀ। ਜੇ ਗੁਰੂ ਤੇਗ ਬਹਾਦਰ ਸੀਸ ਨਾ ਦਿੰਦੇ, ਸਾਹਿਬਜ਼ਾਦੇ ਸ਼ਹੀਦੀ ਨਾ ਪਾਉਂਦੇ, ਤੇ ਇਹਨਾਂ ਦੀ ਜੜ ਕਿਵੇਂ ਪੁੱਟੀ ਜਾਣੀ ਸੀ। ਇਹਨਾਂ ਦੇ ਪੁੰਨ ਹੀ ਇਹ ਪਾਪ ਕਰਕੇ ਖਤਮ ਹੋਏ। ਉੱਠ ਜਾਹੈ ਸਗਰੀ ਸਫਾ ਹੋਏ ਤੇਜ ਪਰਹਾਨੀ। ਉੱਠ ਗਈ ਸਫਾ ਮਲੇਸ਼ ਕੀ ਕਰ ਕੂੜਾ ਪਾਸਾਰ। ਇਹਨਾਂ ਦਾ ਤੇਜ ਪ੍ਰਤਾਪ ਹੁਣ ਨਾਸ ਹੋ ਕੇ ਮਿੱਟੀ 'ਚ ਮਿਲ ਜਾਏਗਾ। ਅੰਬ ਬਜਾ ਨਾ ਤੁਰਕ ਤੇ ਤਉ ਦਲ ਕਿਮ ਖੋਵੈ। ਸੋ ਜੇ ਨਗਾਰਾ ਹੀ ਨਾ ਤੁਰਕਾਂ ਦਾ ਵੱਜੂਗਾ ਤੇ ਇਹਨਾਂ ਦੀ ਫੌਜ ਕਿਵੇਂ ਹੋਵੇਗੀ। ਰਾਜ ਤਰਾ ਪਰ ਜਿਸੇ ਕੋ ਜਹ ਕਹਿ ਸਭ ਜੋਵੈ। ਜਿਨ੍ਹਾਂ ਤੁਰਕਾਂ ਦਾ ਜਿੱਥੇ ਕਿਥੇ ਧਰਤੀ ਦੇ ਉੱਪਰ ਰਾਜ ਭਾਗ ਵੇਖਿਆ ਜਾਂਦਾ, ਉਹ ਸਭ ਮਲੀਆ ਮੇਟ ਹੋ ਜਾਵੇਗਾ। ਆਦਿਕ ਕਾਰਨ ਕਨੇ ਕੋ ਸਕੈ ਪਛਾਨੇ। ਮਹਾਰਾਜ ਕਹਿੰਦੇ ਇਤਿਆਦਿਕ ਸਾਡਾ ਸੰਘਰਸ਼ ਕਰਨ ਦਾ, ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦਾ, ਮਾਤਾ ਜੀ ਬਜ਼ੁਰਗ, ਗੁਰੂ ਸਾਹਿਬ ਪਿਤਾ ਜੀ, ਉਹਨਾਂ ਦੀ ਸ਼ਹੀਦੀ ਦਾ ਇਹੀ ਕਾਰਨ ਹੈ। ਸਰਬਗਨ ਕੀ ਕ੍ਰਿਤ ਪਰ ਕਿਆ ਤਰਕ ਬਖਾਨੇ। ਜਿਹੜੇ ਸਰਬ ਸ਼ਕਤੀਮਾਨ ਨੇ ਉਹਨਾਂ ਦੀ ਕਿਰਤ ਤੇ ਗੁਰਮੁਖੋ ਤਰਕ ਨਹੀਂ ਕਰੀਦੀ, ਭਾਣਾ ਮੰਨੀਦਾ ਹੈ। ਗੁਰਮੁਖ ਤੇਰਾ ਭਾਣਾ ਪਾਵੇ। ਇੱਥੇ ਹੀ ਸਮਾਪਤੀ ਹੈ ਜੀ। ਭੁੱਲ ਚੁੱਕ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। ਇਤਿਆਦਿਕ ਕਾਰਨ ਕਨੇ ਕੋ ਸਕੈ ਪਛਾਨੇ। ਸਰਬਗਨ ਕੀ ਕ੍ਰਿਤ ਪਰ ਕਿਆ ਤਰਕ ਬਖਾਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।